ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਨਵਜੋਤ ਸਿੰਘ ਸਿੱਧੂ ਜਿੱਥੇ ਜਿੱਥੇ ਰਹੇ ਆ ਉੱਥੇ ਉੱਥੇ ਉਹਨਾਂ ਨੇ ਪੰਗੇ ਪਏ ਆ। ਕ੍ਰਿਕਟ ਦੇ ਵਿੱਚ ਵੀ ਪੰਗੇ ਪਏ ਆ। ਕਿਉਂ ਪੰਗੇ ਪਏ ਆ ਤੁਸੀਂ ਸਾਰੇ ਜਾਣਦੇ ਹੋ। ਜੋ ਸਿਆਸਤ ਵਿੱਚ ਆਇਆ, ਸਿਆਸਤ ਵਿੱਚ ਵੀ ਪੰਗੇ ਪਏ ਆ, ਪਰ ਉਹ ਪੰਗਿਆਂ ਦੇ ਪਿੱਛੇ ਵਜ੍ਹਾ ਕੀ ਹੈ? ਪੰਗਾ ਸ਼ਬਦ ਤੁਹਾਨੂੰ ਹਲਕਾ ਲੱਗ ਸਕਦਾ, ਪਰ ਅਸਲ ਵਿੱਚ ਪੰਗੇ ਦੇ ਪਿੱਛੇ ਹੀ ਪੋਲਿਟਿਕਸ ਹੁੰਦੀ ਹੈ। ਤੇ ਉਸ ਪੋਲਿਟਿਕਸ ਨੂੰ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਪ੍ਰਭਾਸ਼ਿਤ ਕਰ ਰਿਹਾ, ਸਵਾਲ ਉਸ ਤੇ ਖੜੇ ਹੋਏ ਆ। ਕੀ ਨਵਜੋਤ ਸਿੰਘ ਸਿੱਧੂ ਮੁੱਦਿਆਂ ਦੀ ਗੱਲ ਕਰਦੇ ਆ ਜਾਂ ਅਹੁਦਿਆਂ ਦੀ ਗੱਲ ਕਰਦੇ ਆ? ਸਵਾਲ ਇਸ ਕਰਕੇ ਪੁੱਛੇ ਜਾ ਰਹੇ ਕਿਉਂਕਿ ਉਹ ਕਹਿੰਦੇ ਮੈਂ ਪੰਜਾਬ ਦੇ ਇਸ਼ੂ ਚੱਕਦਾ। ਪਰ ਇਸ ਸਵਾਲ ਦੇ ਨਾਲ ਵੱਡਾ ਸਵਾਲ ਇਹ ਪੁੱਛਿਆ ਜਾਣਾ ਲਾਜ਼ਮੀ ਹੈ, ਨਵਜੋਤ ਸਿੰਘ ਸਿੱਧੂ ਜਦੋਂ ਉੱਥੇ BJP ਤੋਂ ਕਾਂਗਰਸ ਦੇ ਵਿੱਚ ਸ਼ਿਫਟ ਹੋਣ ਲੱਗੇ ਸੀ, ਉਹ ਤੋਂ ਹੀ ਉਹਨਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸੀ। ਉਹਨਾਂ ਨੇ ਪਹਿਲਾਂ ਸਵਾਲ ਚੁੱਕੇ ਪ੍ਰਕਾਸ਼ ਸਿੰਘ ਬਾਦਲ ਤੇ, ਮੁੱਖ ਮੰਤਰੀ ਰਹੇ ਆ ਤੇ ਉਹਨਾਂ ਦੀ ਸਰਕਾਰ ਵਿੱਚ ਹੀ ਉਹਨਾਂ ਦੀ ਧਰਮ ਪਤਨੀ CPS ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਬਹੁਤ ਸਾਰੇ ਸਵਾਲ ਚੁੱਕੇ ਉਹਨਾਂ ਨੇ। ਉਸ ਤੋਂ ਬਾਅਦ ਜਦੋਂ ਕਾਂਗਰਸ ਵਿੱਚ ਆਉਂਦੇ ਆ, ਡਿਪਟੀ CM ਦਾ ਉਹਨਾਂ ਨੂੰ ਅਹੁਦਾ ਮਿਲਣਾ ਸੀਗਾ, ਉਹ ਨਹੀਂ ਮਿਲਿਆ। ਬ੍ਰਹਮ ਇੰਦਰਾ ਜੀ ਨੇ ਸਹੁੰ ਚੁੱਕੀ, ਦੂਜੇ ਨੰਬਰ ਤੇ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਸਹੁੰ ਚੱਕਦੇ ਆ ਗਵਰਨਰ ਹਾਊਸ ਦੇ ਵਿੱਚ। ਉਦੋਂ ਵੀ ਬਹੁਤ ਰੌਲਾ ਪਿਆ ਸੀ ਡਿਪਟੀ CM ਦਾ ਅਹੁਦਾ ਮਿਲਣਾ ਚਾਹੀਦਾ। ਉਸ ਤੋਂ ਬਾਅਦ ਰੌਲਾ ਫਿਰ ਪੈ ਗਿਆ ਜਦੋਂ ਉਹਨਾਂ ਦੇ ਲੋਕਲ ਬਾਡੀ ਮਹਿਕਮੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਤੇ ਉਹਦਾ ਬਦਲ ਦਿੱਤਾ ਗਿਆ ਤੇ ਪਾਵਰ ਮਿਨਿਸਟਰੀ ਉਹਨਾਂ ਨੂੰ ਅਲਾਟ ਕੀਤੀ ਗਈ ਤੇ ਉਹਨਾਂ ਨੇ ਜਵਾਬ ਦਿੱਤਾ। ਇਸ ਤੋਂ ਪਹਿਲਾਂ ਉਹ ਰਾਜ ਸਭਾ ਦੀ ਮੈਂਬਰੀ ਵੀ ਛੱਡ ਚੁੱਕੇ ਆ। ਕੈਪਟਨ ਅਮਰਿੰਦਰ ਸਿੰਘ ਨਾਲ ਵੀ ਪੰਗੇ ਪੈਣੇ ਸ਼ੁਰੂ ਹੋ ਗਏ ਉਹਨਾਂ ਦੇ। ਫਿਰ ਮਿਸਟਰ ਚੰਨੀ ਆਉਂਦੇ ਆ, ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਦਿੱਤਾ ਜਾਂਦਾ, ਮਿਸਟਰ ਚੰਨੀ ਆਉਂਦੇ ਆ। ਚੰਨੀ ਸਾਹਿਬ ਦਾ ਉਂਗਲ ਫੜ ਕੇ, ਚੰਨੀ ਸਾਹਿਬ ਦਾ ਹੱਥ ਫੜ ਕੇ ਉਹ ਤੁਰਦੇ ਆ ਤੇ ਸਾਰੇ ਕਹਿੰਦੇ ਆ ਕਿ ਇਹ ਤਾਂ ਸੁਪਰ CM ਨਵਜੋਤ ਸਿੰਘ ਸਿੱਧੂ ਆ, ਚੰਨੀ ਸਾਹਿਬ ਕੁਛ ਨਹੀਂ ਹੈਗੇ। ਚੰਨੀ ਸਾਹਿਬ ਨੇ ਇਸ ਤਰੀਕੇ ਨਾਲ ਉਹਦੇ ਫੈਸਲੇ ਦਿਖਾਉਣੇ ਸ਼ੁਰੂ ਕੀਤੇ ਤੇ ਹੁਣ ਉਹ ਟੈਗ ਲੈ ਗਿਆ ਕਿ ਚੰਨੀ ਸਾਹਿਬ ਨੂੰ ਸਿੱਧੂ ਸਾਹਿਬ ਚਲਾ ਰਹੇ ਆ। ਫਿਰ ਇਹੀ ਸਵਾਲ ਸਿੱਧੂ ਸਾਹਿਬ ਦੇ ਅੱਗੇ ਕਰ ਲਿਆ ਗਿਆ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਾਲੇ ਸਿੱਧੂ ਸਾਹਿਬ ਹੈ। ਸਿੱਧੂ ਸਾਹਿਬ ਇਸ ਤੇ ਗੁੱਸੇ ਹੋ ਜਾਂਦੇ ਆ, ਕਹਿੰਦੇ ਇਹ ਸਵਾਲ ਗਲਤ ਹੈ, ਹਾਈ ਕਮਾਨ ਨੇ ਮੁੱਖ ਮੰਤਰੀ ਬਣਾਇਆ। 3 ਮੁੱਖ ਮੰਤਰੀ ਨੇ ਉਸ ਸਿੱਧੂ ਦੇ ਸਾਹਮਣੇ ਜਿਨ੍ਹਾਂ ਨਾਲ ਉਹਨਾਂ ਦਾ 36 ਦਾ ਅੰਕੜਾ ਕਿਹਾ ਜਾ ਸਕਦਾ। ਮਿਲਣੀ ਵੀ ਹੁੰਦੀ ਹੈ, ਮੀਟਿੰਗ ਵੀ ਹੁੰਦੀ ਹੈ। ਉਸ ਤੋਂ ਬਾਅਦ ਉਸ ਸਿੱਧੂ ਫਿਰ ਗੁੱਸੇ ਹੋ ਜਾਂਦੇ ਆ। ਚੰਨੀ ਸਾਹਿਬ ਨਾਲ ਵੀ ਇੱਕ ਵਾਰੀ ਗੁੱਸੇ ਹੁੰਦੇ ਆ, ਦੂਜੀ ਵਾਰੀ ਮਿਲ ਪੈਂਦੇ ਆ, 11ਵੇਂ ਗੁੱਸੇ ਹੁੰਦੇ, 2 ਵਜੇ ਮੀਟਿੰਗ ਹੋ ਜਾਂਦੀ ਹੈ। ਕੇਦਾਰਨਾਥ ਵੀ ਜਾਂਦੇ ਆ। ਇਸ ਤੋਂ ਇਲਾਵਾ ਹੋਰ ਥਾਂ ਵੀ ਮੁਲਾਕਾਤਾਂ ਹੁੰਦੀਆਂ। ਮੁੱਦਿਆਂ ਦੀ ਲੜਾਈ ਹੈ ਕੀ ਹੈ, ਪੰਜਾਬ ਦੀ ਲੜਾਈ ਹੈ ਕੀ ਹੈ, ਜਾਂ ਅਸਲ ਲੜਾਈ ਉਹਦੇ ਦੀ ਹੈਗੀ? ਬਹੁਤ ਸਾਰੇ ਸਵਾਲ ਆ ਜਿਹੜੇ ਵਿਰੋਧੀ ਵੀ ਪੁੱਛਦੇ ਪਏ ਆ। ਕੋਈ ਤਾਂ ਇਸ ਨੂੰ ਸਰਕਸ ਕਹਿਣ ਲੱਗ ਪਿਆ। ਅਸੀਂ ਇੱਕੋ ਸਵਾਲ ਪੁੱਛਾਂਗੇ, ਸਿੱਧੂ ਦੇ ਨਿਸ਼ਾਨੇ ਤੇ CM ਕਿਉਂ? ਅੱਜ ਓਪਨਿੰਗ 'ਚ ਮੈਂ ਜ਼ਿਆਦਾ ਹੀ ਕੁਛ ਦੱਸ ਗਿਆ ਤੁਹਾਨੂੰ, ਪਰ ਡਿਬੇਟ ਹੈ ਜਿਹੜੀ ਉਹ ਕਰਾਂਗੇ ਸ਼ੁਰੂ। ਪਰ ਪਹਿਲਾਂ ਬਿਆਨ ਸੁਣੀ ਨੇ ਉਸ ਸਿੱਧੂ ਕਿਹਾ ਕੀ ਰਿਹਾ। डायरेक्शन की सी भी 6 महीने खत्म करो। सबनों याद है 7/5/2021 ਨੂੰ ਤੀਜੀ ਸਿੱਟ ਬਣੀ। ਅੱਜ 6 ਮਹੀਨੇ 1 ਦਿਨ ਹੋ ਗਿਆ। ਕਿੱਥੇ ਹੈ ਚਾਰਜ ਸ਼ੀਟ? ਸਵਾਲ ਇਹ ਨਹੀਂ ਹੈ। ਤੇ ਫਿਰ ਮੈਨੂੰ ਐ ਦੱਸੋ, ਕਿੰਨੀ ਦੇਰ ਪਹਿਲਾਂ ਬਲੈਂਕਟ ਮੇਲ ਮਿਲੀ ਸੀ? ਉਹਨੂੰ ਤੋੜਨ ਨੂੰ ਕੋਈ SLP ਪਾਈ? ਇਹਨਾਂ ਨੂੰ ਹੀ ਪੁੱਛੋ ਜਿਹੜੇ ਸਰਮਾਏ ਨੇ, ਜਿਹੜੇ ਪਹਿਰੇਦਾਰ ਨੇ, ਜਿਹੜੇ ਨਵੇਂ ਲਾਏ ਨੇ, ਪੁੱਛੋ SLP ਪਾਈ? ਮੈਂ ਵਕੀਲ ਹਾਂ, ਮੈਨੂੰ ਇੰਨਾ ਪਤਾ ਕਿ ਜੇ SLP ਪਾ ਦਿਓ, ਕੋਰਟ 'ਚ ਜਾ ਕੇ ਮੈਂਸ਼ਨ ਕਰ ਦਿਓ, ਹਫ਼ਤੇ 'ਚ ਲੱਗਦਾ ਕੇਸ। ਪਰ ਸਵਾਲ ਮੋਰਲ ਅਥਾਰਟੀ ਦਾ ਹੈ, ਸਵਾਲ ਨੈਤਿਕਤਾ ਹੈ। ਨੈਤਿਕਤਾ ਦੇ ਆਧਾਰ ਦੇ ਉੱਤੇ ਪੰਜਾਬ ਦੇ ਸਾਹਮਣੇ ਫੈਸਲਾ ਰੱਖਣਾ ਸੀ ਕਿ ਕੱਪੜੇ ਪਾਉਣੇ ਸੀ? ਇਹ ਸਵਾਲ ਹੈ। ਇਹ ਮੈਂ ਨਹੀਂ ਕਰਦਾ। ਜਾਓ 12,000 ਪਿੰਡਾਂ ਦੇ ਵਿੱਚ ਪਤਾ ਕਰੋ, ਸੱਥਾਂ 'ਚ ਦੇਖੋ ਕੀ ਸਵਾਲ ਹੁੰਦਾ। ਇੱਕ ਨੇ ਕਲੀਨ ਚਿੱਟ ਦਿੱਤੀ ਹੈ ਤੇ ਦੂਜਾ ਬਲੈਂਕਟ ਬਿੱਲ ਦੇਈ ਫਿਰਦਾ। ਤੇ ਇਨਵੈਸਟੀਗੇਸ਼ਨ ਪੂਰੀ ਕਰਕੇ ਦਿਖਾਓ ਉਹਦੇ ਬਿਨਾ। ਮੈਂ ਕਿਹਾ ਸੀ ਉਹੀ ਕੜੀ ਹੈ। ਕੋਈ ਅਫਸਰ ਕਹੇ ਜੀ ਵੀ ਜਿਹੜੀ ਡਰੱਗ ਵਾਲੀ ਕੇਸ ਦੀ ਰਿਪੋਰਟ ਹੈ ਉਹਨੂੰ ਖੋਲਣਾ ਐਥੀਕਲ ਨਹੀਂ। ਕਮਾਲ ਹੈ ਵੀ। ਉਡੀਕਦੇ ਰਹੇ ਅਸੀਂ ਇੰਨੇ ਸਾਲ, ਪੰਜਾਬ ਉਡੀਕਦਾ ਰਿਹਾ। ਕੌਣ ਰੋਕਦਾ ਭਾਈ ਤੁਹਾਨੂੰ? ਤੁਸੀਂ ਤਾਂ ਕਹਿੰਦੇ ਹੁੰਦੇ ਸਾਰੇ ਵੀ ਪਬਲਿਕ ਕਰੋ। ਉਹ ਕੋਰਟ ਕਹਿੰਦਾ ਤੁਹਾਡੇ ਕੋਲ ਹੈ, ਤੁਹਾਡੀ ਰਿਪੋਰਟ ਹੈ, ਤੁਸੀਂ ਬਣਾਈ ਹੈ, ਤੁਹਾਡੇ ਸੈਕਟਰੀ ਨੇ ਬਣਾਈ ਹੈ, ਕਰ ਦਿਓ ਜਨਤਕ। ਕੀ ਤੋਂ ਡਰਦੇ ਆਪਾਂ?
ਐਸਐਲਪੀ ਤੁਸੀਂ ਲਾਉਣੀ ਨਹੀਂ, ਮੈਂਸ਼ਨ ਤੁਸੀਂ ਕਰਨਾ ਨਹੀਂ, ਕੋਰਟ 'ਚ ਤੁਸੀਂ ਜਾਣਾ ਨਹੀਂ, ਤੇ ਫਿਰ ਟਪਾਤਾ ਡੰਗ। ਮੈਂ ਨਹੀਂ ਬੋਲਿਆ ਪਹਿਲਾਂ, 6 ਮਹੀਨੇ ਤੋਂ 1 ਦਿਨ ਉੱਤੇ ਹੋਇਆ ਅੱਜ, ਦੇਖ ਲਓ ਮਈ 7 ਸੈਟ ਦੀ ਕਨਸਟੀਟਿਊਸ਼ਨ ਦੇਖ ਲਓ, आज 8 चेक करो। सबसे बड़ा हाथ आप ही का। नहीं 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 नहीं, उनको लाने के लिए हाईकमांड का हाथ है, हाईकमांड का हाथ है। गलत बात मत बोल बोलू, आई करेक्ट यू। बिल्कुल गलत गल ना कर, मैं कोई वो नहीं, बिल्कुल गलत गल ना कर, मैं आई विल ਬਿਲਕੁਲ ਗਲਤ ਗੱਲ ਨਾ ਕਰੋ ਸਿੱਧੂ ਸਾਹਿਬ। ਇਸ ਸਵਾਲ ਤੇ ਹੈ ਗੁੱਸੇ ਹੋ ਜਾਂਦੇ ਆ, ਕਿਉਂਕਿ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹ ਸਵਾਲ ਦੇ ਵਿੱਚ ਹੀ ਜਵਾਬ ਰੱਖਿਆ ਗਿਆ ਸੀਗਾ, ਪਰ ਸਿੱਧੂ ਸਾਹਿਬ ਸ਼ਾਇਦ ਇਸ ਸਵਾਲ ਨੂੰ ਉਸ ਤਰੀਕੇ ਸੰਭਾਲ ਕੇ ਜਾਂ ਨਹੀਂ ਸੰਭਾਲ ਕੇ ਸਵਾਲ ਹੀ ਹੈ। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਇਸ ਡਿਬੇਟ ਦੇ ਵਿੱਚ, ਵੱਡਾ ਸਵਾਲ ਇਹ ਪੁੱਛਾਂਗੇ ਮੁੱਦਿਆਂ ਅਤੇ ਮੁੱਖ ਮੰਤਰੀ ਜੋ ਨਵਜੋਤ ਸਿੰਘ ਸਿੱਧੂ ਦਾ ਅਸਲ ਏਜੰਡਾ ਕੀ ਹੈ। ਮੁੱਦੇ ਅਤੇ ਮੁੱਖ ਮੰਤਰੀ ਜੋ ਨਵਜੋਤ ਸਿੰਘ ਸਿੱਧੂ ਦਾ ਅਸਲ ਏਜੰਡਾ ਕੀ ਹੈ, ਇਸ ਸਵਾਲ ਤੇ ਬਹਿਸ ਹੋਵੇਗੀ। ਪੈਨਲ ਜਿਹੜਾ ਸਾਡੇ ਨਾਲ ਆ ਉਹਨਾਂ ਤੁਹਾਡਾ ਤਾਰਫ ਕਰਾਉਂਦੇ ਆ, ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਹਰਦੀਪ ਸਿੰਘ ਕਿੰਗਰਾ ਕਾਂਗਰਸ ਦੇ ਚੀਫ ਸਪੋਕਸਪਰਸਨ ਹੈ, ਬੜੇ ਉੱਚ ਅਹੁਦਿਆਂ ਤੇ ਰਹੇ ਆ, ਬੜੇ ਵੱਡੇ ਅਧਿਕਾਰੀ ਰਹੇ ਆ, ਮੰਤਰੀਆਂ ਨਾਲ ਇਹਨਾਂ ਦਾ ਸਿੱਧਾ ਰਾਬਤਾ ਰਿਹਾ, ਸੈਂਟਰ ਕਿਵੇਂ ਕੰਮ ਕਰਦੀ ਹੈ, ਸਟੇਟ ਕਿਵੇਂ ਕੰਮ ਕਰਦੀ ਹੈ, ਪਰ ਸਿੱਧੂ ਸਾਹਿਬ ਕਿਵੇਂ ਕੰਮ ਕਰਦੇ ਆ, ਕਿੰਗਰਾ ਸਾਹਿਬ ਲਈ ਇਹ ਸਵਾਲ ਬੜਾ ਔਖਾ ਹੋ ਸਕਦਾ। ਹਰਦੀਪ ਸਿੰਘ ਕਿੰਗਰਾ ਤੁਹਾਡਾ ਬਹੁਤ ਸਵਾਗਤ ਹੈ। ਰਮਨ ਚਾਂਦੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈ, ਇਹਨਾਂ ਦੀ ਪਾਰਟੀ ਕਹਿੰਦੀ ਹੈ ਸਰਕਸ ਚੱਲਦੀ ਪਈ, ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਹ ਸਰਕਸ ਕਿਹਨੂੰ ਕਹਿ ਰਿਹਾ। ਚਾਂਦੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਤਾਰਨੀ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਆ, ਇਹ ਹਮੇਸ਼ਾ ਤੋਂ ਹੀ ਸਿੱਧੂ ਖਿਲਾਫ ਬਹੁਤ ਬੋਲਦੇ ਆ ਤੇ ਹੁਣ ਵੀ ਇਹਨਾਂ ਦੀ ਪਾਰਟੀ ਲਾਈਨ ਸਿੱਧੀ ਹੈ ਕਿ ਜੋ ਨਵਜੋਤ ਸਿੰਘ ਸਿੱਧੂ ਕਰਦੇ ਪਏ ਆ ਸਾਨੂੰ ਕਰਨ ਦੀ ਲੋੜ ਨਹੀਂ ਹੈਗੀ, ਸਿੱਧੂ ਸਾਹਿਬ ਵੀ ਸਾਡਾ ਕੰਮ ਕਰੀ ਜਾਂਦੇ ਆ। ਤਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਸ਼ੋਕ ਸਰੀਨ ਭਾਰਤੀ ਜਨਤਾ ਪਾਰਟੀ ਦੇ ਬੁਲਾ ਰਹੇ, ਇਹਨਾਂ ਦੀ ਪਾਰਟੀ ਹਮੇਸ਼ਾ ਕਹਿੰਦੀ ਅਸੀਂ ਬਹੁਤ ਦੇਰ ਸਾਂਭਿਆ, ਹੁਣ ਕਾਂਗਰਸ ਸਾਂਭ ਕੇ ਦਿਖਾਵੇ ਸਿੱਧੂ ਸਾਹਿਬ ਨੂੰ, ਸਾਡੀ ਪਾਰਟੀ ਤੇ ਬੜੀ ਡਿਸਪਲਿਨ ਹੈ ਤੇ ਕਾਂਗਰਸ ਕਹਿੰਦੀ ਹੈ ਸਾਡੀ ਡੈਮੋਕ੍ਰੇਸੀ ਹੈ। ਬੀਜੇਪੀ ਦੇ ਸਪੋਕਸਪਰਸਨ ਨੇ ਸਰੀਨ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਸਰੀਨ ਸਾਹਿਬ। ਕਿੰਗਰਾ ਸਾਹਿਬ ਤੁਸੀਂ ਹਰ ਵਾਰੀ ਕਹਿੰਦੇ ਹੋ ਡੈਮੋਕ੍ਰੇਸੀ ਹੈ, ਇਹ ਡੈਮੋਕ੍ਰੇਸੀ ਬੜੀ ਖੂਬਸੂਰਤ ਲੱਗਦੀ ਹੈ, ਪਾਰਟੀਆਂ ਵਿੱਚ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਇੰਟਰਨਲ ਡੈਮੋਕ੍ਰੇਸੀ, ਜਿਹੜਾ ਸਵਾਲ ਵਾਰ-ਵਾਰ ਪੁੱਛਿਆ ਜਾਣਾ ਚਾਹੀਦਾ ਉਹ ਪੁੱਛਿਆ ਨਹੀਂ ਜਾ ਰਿਹਾ ਹੈਗਾ। ਪਰ ਕਿੰਗਰਾ ਸਾਹਿਬ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਚੱਲਦੇ ਪਏ ਆ, ਵਿਰੋਧੀ ਤੁਹਾਡੇ ਕਹਿ ਰਹੇ ਸਰਕਸ ਚੱਲਦੀ ਵੀ ਹੈ ਪੰਜਾਬ ਦੇ ਵਿੱਚ। ਕਿੰਗਰਾ ਸਾਹਿਬ 2-3 ਗੱਲਾਂ ਕੇਪੀ ਇੱਥੇ ਕਲੀਅਰ ਕਰਨ ਵਾਲੀਆਂ। ਜਿਹੜੇ ਬੰਦੇ ਸੋਚਦੇ ਆ ਕਿ ਮਿਸਟਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕੁਰਸੀ ਦੇ ਪਿੱਛੇ ਭੱਜਦੇ ਆ, ਉਹ ਇਹ ਸੋਚ ਲੈਣ ਕਿ ਉਹਨਾਂ ਨੇ ਕੁਰਸੀਆਂ ਨੂੰ ਠੁਕਰਾਇਆ ਹੈ। ਰਾਜ ਸਭਾ ਦੀ ਮੈਂਬਰਸ਼ਿਪ ਛੱਡੀ, ਰਾਜ ਸਭਾ 'ਚ ਲੋਕ ਜਾਣ ਨੂੰ ਤਰਲੇ ਬੱਚੀ ਹੁੰਦੇ ਰਹਿੰਦੇ ਆ। ਉਸ ਤੋਂ ਬਾਅਦ ਮੰਤਰੀ ਉਹਨਾਂ ਨੂੰ ਬਣਾਇਆ ਗਿਆ, ਕੈਬਨਿਟ ਦੇ ਵਿੱਚ ਉਹਨਾਂ ਦੇ ਪੋਰਟਫੋਲੀਓ ਚੇਂਜ ਹੁੰਦੇ ਰਹਿੰਦੇ ਆ। ਕਈ ਨਹੀਂ ਮੰਤਰੀ ਬਣੇ ਉਹ ਰੌਲਾ ਪਾਈ ਜਾਂਦੇ ਆ, ਕੋਈ ਮੰਤਰੀ ਬਣਨ ਪਿੱਛੇ ਤਰਲੋ ਮੱਛੀ ਹੁੰਦੇ ਰਹਿੰਦੇ ਆ, ਕੋਈ ਮੰਤਰੀ ਬਣ ਪਿੱਛੇ ਪਾਰਟੀ ਛੱਡ ਦਿੰਦੇ ਆ। ਸਿੱਧੂ ਸਾਹਿਬ ਨੇ ਮੰਤਰੀ ਦਾ ਅਹੁਦਾ ਤਿਆਗਿਆ। ਜਦੋਂ ਵੀ ਕੋਈ ਕੰਪਲੇਸੈਂਸੀ ਆ ਜਾਂਦੀ ਹੈ, ਧਾਰਨੀ ਸਾਹਿਬ ਇੱਥੇ ਬੈਠੇ ਆ, ਵਕੀਲ ਹੈ, ਜਦੋਂ ਤੁਸੀਂ ਮੈਲੀਏਬਲ ਹੋ ਜਾਂਦੇ ਹੋ ਜਾਂ ਡਕਟਾਈਲੇਬਲ ਹੋ ਜਾਂਦੇ ਹੋ, ਜਦੋਂ ਤੁਸੀਂ ਮੁੜਨ ਦੀ ਸ਼ਕਤੀ ਪੈਦਾ ਕਰ ਲੈਂਦੇ ਹੋ ਆਪਦੇ ਆਪ 'ਚ, ਫਿਰ ਮੋੜ ਵਾਲੇ ਤੁਹਾਨੂੰ ਪੁੰਜੇ ਲਾ ਸਕਦੇ ਆ ਮੋੜ ਕੇ। ਸਿੱਧੂ ਸਾਹਿਬ ਦੇ ਵਿੱਚ ਇੱਕ ਕੁਆਲਿਟੀ ਹੈ ਕਿ ਸਿੱਧੂ ਸਾਹਿਬ ਜਿੱਥੇ ਖੜੇ ਹੈ ਉੱਥੋਂ ਟਸ ਤੋਂ ਮਸ ਨਹੀਂ ਹੋਏ ਅੱਜ ਤੱਕ, ਭਾਵੇਂ ਕਿਸੇ ਨੇ ਕੁਝ ਵੀ ਉਹਨਾਂ ਦਾ ਕੀਤਾ। ਸੋ ਇਹ ਗੱਲ ਸੋਚਣ ਵਾਲੀ ਹੈ, ਔਰ ਇਸ ਤਰ੍ਹਾਂ ਦੀ ਸਿਆਸਤ ਪੰਜਾਬ ਨੂੰ ਬਚਾ ਸਕਦੀ ਹੈ। ਉਹ ਸਿਆਸਤ ਜਿਹੜੀ ਕੰਪਲੇਸੈਂਟ ਹੈ, ਉਹ ਸਿਆਸਤ ਜਿਹੜੀ ਕਹਿੰਦੀ ਹੈ ਕਿ ਪਾਵਰ 'ਚ ਰਹਿਣ ਵਾਸਤੇ ਕੁਝ ਵੀ ਕੀਤਾ ਜਾ ਸਕਦਾ, ਉਹ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਲੁੱਟਿਆ ਗਿਆ ਪੰਜਾਬ ਨਹੀਂ। ਕਿੰਗਰਾ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਮਿਸਟਰ ਸਿੱਧੂ ਨੇ ਵੀ ਇਹੀ ਗੱਲ ਕਹੀ ਹੈ ਕਿ ਪੰਜਾਬ ਵਾਸਤੇ 2022 ਬੜਾ ਇੰਪੋਰਟੈਂਟ ਹੈਗਾ। ਆ ਰਿਹਾ ਮਿਸਟਰ ਚਾਂਦੀ ਆ ਰਿਹਾ। ਕਿੰਗਰਾ ਸਾਹਿਬ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਨੂੰ ਤੁਸੀਂ ਡਿਫੈਂਡ ਕੀਤਾ, ਐਂ ਲੱਗਦਾ ਵੀ ਚੰਨੀ ਸਾਹਿਬ ਹੈ ਜਿਹੜੀ ਉਹ ਸਿਆਸਤ ਦੇ ਹਿੱਸੇਦਾਰ ਹੈ, ਜਿਹੜੀ ਸਿਆਸਤ ਕੁਝ ਵੀ ਕਰਨ ਲਈ ਤਿਆਰ ਬੈਠੀ ਹੈ, ਤੇ ਜਾਂ ਚੰਨੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਫਿਰ ਕਿੰਗਰਾ ਸਾਹਿਬ ਕਿਤੇ ਤਾਂ ਗੱਲ ਮੁੱਕੇਗੀ ਨਾ। ਹਾਂ, ਇਹ ਇਸ ਤਰ੍ਹਾਂ ਹੁੰਦਾ। ਬਹੁਤੀਆਂ ਜਿਹੜੀਆਂ ਪਾਰਟੀਆਂ ਇੱਥੇ ਬੈਠੇ ਆ ਨਾ, ਆਪਾਂ ਸਵਾਏ ਬੀਜੇਪੀ ਨੂੰ ਛੱਡ ਕੇ, ਆਪੇ ਬੀਬੀ ਮੱਥਾ ਟੇਕੇ, ਆਪੇ ਬੁੱਢ ਸੁਹਾਗਣ ਵਾਲਾ ਕੰਮ ਹੈ ਇਹਨਾਂ ਪਾਰਟੀਆਂ 'ਚ। ਆਪ ਹੀ ਪ੍ਰਧਾਨ ਤੇ ਆਪ ਹੀ ਮੁੱਖ ਮੰਤਰੀ। ਆਹ ਲੈ ਲਓ ਤੁਸੀਂ, ਕਹਿੰਦਾ 2 ਅਹੁਦੇ ਨਹੀਂ ਚਾਹੀਦੇ ਆਮ ਆਦਮੀ ਪਾਰਟੀ ਦਾ, ਉਹਨੂੰ ਕਹਿੰਦੇ ਸਾਡੀ ਕੌਮੀ ਦਾ ਸੁਪਰ, ਪਤਾ ਨਹੀਂ ਕੀ ਕਹਿੰਦੇ, ਹੋਰ ਹੀ ਨਾਲ ਅੱਖਰ ਬੋਲਦੇ ਹੁੰਦੇ, ਮੈਨੂੰ ਅੰਗਰੇਜ਼ੀ ਦਾ, ਮੈਨੂੰ ਅੰਗਰੇਜ਼ੀ ਇੰਨੀ ਆਉਂਦੀ ਨਹੀਂ ਗੀ, ਤੇ ਉਹਦੇ 'ਚ ਬੋਲਦੇ ਆ ਸਾਡਾ ਜੀ ਸੁਪਰ ਕਮਾਂਡਰ ਹੈ। ਉਹ ਤੁਹਾਡਾ ਸੁਪਰ ਕਮਾਂਡਰ ਸੀਐਮ ਵੀ ਹੈ, ਸੁਪਰ ਕਮਾਂਡਰ ਵੀ ਹੈ, ਕਿਹੜਾ ਬੋਲੂਗਾ, ਕਿਹੜਾ ਕਹੇ ਰਾਣੀ ਅੱਗਾ ਟੱਕ। ਨਹੀਂ ਕਿੰਗਰਾ ਸਾਹਿਬ ਰਾਣੀ ਅੱਗਾ ਟੱਕ ਕਿਹੜੀ ਰਾਣੀ ਟਕੂਗੀ, ਕਿਹੜੀ ਨਹੀਂ ਟਕੂਗੀ। ਮੇਰਾ ਸਵਾਲ ਤਾਂ ਸਰ ਪੰਜਾਬ ਦੀ ਰਾਣੀ ਦਾ। ਕਿੰਗਰਾ ਸਾਹਿਬ ਚੰਨੀ ਸਾਹਿਬ ਗਲਤ ਹੈ, ਸਿੱਧੂ ਸਾਹਿਬ ਗਲਤ ਹੈ, ਸਾਰੇ ਕਲੀਅਰ ਕਰ ਦਿਓ, ਆਪਾਂ ਡਿਬੇਟ ਓਪਨ ਕਰ ਦਿੰਦੇ ਇਸ ਤੋਂ ਬਾਅਦ। ਕੋਈ ਗਲਤ ਨਹੀਂਗਾ। ਇੱਕ ਸਰਕਾਰ ਹੈ, ਸਰਕਾਰ ਦੀਆਂ ਜਿਹੜੀਆਂ ਨੇ ਉਹ ਡਿਫਰੈਂਟ ਫੰਕਸ਼ਨਿੰਗ। ਦੇਖੋ ਮੈਂ ਤੁਹਾਨੂੰ ਦੱਸਾਂ, ਜੰਗ ਜਿੱਤਣੀ ਤੇ ਜਿੱਤ ਕੇ ਰਾਜ ਕਰਨਾ, ਇਹ ਦੋਨੇ ਅੱਡ ਅੱਡ ਗੱਲਾਂ ਹੈ। ਚਲੋ ਕਈ ਬੰਦੇ ਜੰਗ ਜਿੱਤਣ ਦੇ ਕਾਬਿਲ ਹੁੰਦੇ ਆ, ਕਈ ਬੰਦੇ ਰਾਜ ਕਰਨ ਦੇ ਕਾਬਿਲ ਹੁੰਦੇ ਆ। ਚਲੋ ਜਿਨ੍ਹਾਂ ਨੇ ਜੰਗ ਜਿੱਤ ਕੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਘੱਟ ਹੈ ਦੁਨੀਆ ਦੇ ਵਿੱਚ। ਚਲੋ ਸੋ ਉਹਦੀ ਸਕਿੱਲ ਹੋਰ ਹੈ, ਉਹਦੀ ਸਕਿੱਲ। ਚੀਫ ਮਿਨਿਸਟਰ ਦਾ ਜਿਹੜਾ ਦਾਇਰਾ ਹੈ, ਚੀਫ ਮਿਨਿਸਟਰ ਦਾ ਜਿਹੜਾ ਡੋਮੇਨ ਹੈ, ਉਹ ਟੋਟਲੀ ਡਿਫਰੈਂਟ ਹੈ। ਚਲੋ ਮੈਂ ਪਾਰਟੀ ਦੇ ਪ੍ਰਧਾਨ ਠੀਕ ਟੋਟਲੀ ਡਿਫਰੈਂਟ ਹੈ। ਚਲੋ ਇਹ ਕੀ ਜਾਣਨ ਵਿਚਾਰੇ, ਪ੍ਰਧਾਨ ਵੀ ਉਹੀ ਤੇ ਪਾਰਟੀ ਦਾ ਚਲੋ ਤੁਸੀਂ
ਠੀਕ ਇਹ ਛੱਡ ਨਹੀਂ ਸਕਦੀਆਂ ਪਾਰਟੀਆਂ ਕਿ ਦੋਨਾਂ ਦੇ ਠੀਕ ਹੈ ਸਰ, ਤੁਸੀਂ ਇਸ ਨੂੰ ਬੈਲੈਂਸ ਕਰਦੇ ਪਿਓ। ਮੈਂ ਮੁੱਦਿਆਂ ਦਾ ਸਵਾਲ ਲੈ ਕੇ ਵਾਪਸ ਆਉਂਗਾ, ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਬਾਕੀ ਪਾਰਟੀਆਂ ਨੂੰ ਤਕੀਦ ਹੈ ਕੀ ਹੈ, ਮੁੱਦਿਆਂ ਤੇ ਫੋਕਸ ਕਰਿਓ। ਜੇ ਤੁਸੀਂ ਸਿਰਫ ਇਹ ਫੋਕਸ ਕਰਨੇ ਆ ਕਿ ਸਰਕਸ ਚੱਲਦੀ ਪਈ ਹੈਗੀ ਆ, ਉਸ ਸਰਕਸ ਦੇ ਵਿੱਚ ਫਿਰ ਤੁਸੀਂ ਪੰਜਾਬ ਨੂੰ ਮੰਨਫੀ ਕਰ ਰਹੇ ਹੋ ਤੇ ਪੰਜਾਬ ਦੇ ਤੁਸੀਂ ਵੀ ਉਹਨੇ ਗੁਨੇਗਾਰ ਹੋਵੋਗੇ। ਪਹਿਲੇ ਚੇਤਾਵਨੀ ਦੇ ਰਿਹਾ, ਵਾਪਸ ਆ ਕੇ ਸਵਾਲ ਪੁੱਛੂੰਗਾ। ਵਾਲੇ ਪੁੱਛ ਰਹੇ ਮੁੱਦਿਆਂ ਤੇ ਮੁੱਖ ਮੰਤਰੀ ਚੋਂ ਨਵਜੋਤ ਸਿੰਘ ਸਿੱਧੂ ਦਾ ਅਸਲ ਏਜੰਡਾ ਕੀ ਹੈ। ਹਾਂ ਮਿਸਟਰ ਚਾਂਦੀ, ਤੁਹਾਡੀ ਪਾਰਟੀ ਕਹਿ ਰਹੀ ਹੈ ਸਰਕਸ ਚੱਲਦੀ ਪਈ ਹੈ, ਪੰਜਾਬ ਨੂੰ ਸਰਕਸ ਮੰਨਦੇ ਹੋ ਤੁਸੀਂ? ਦੇਖੋ ਕੇਪੀ ਜੀ, ਗੱਲ ਇਸ ਤਰ੍ਹਾਂ ਹੈ, ਮੈਂ ਖੇੜਾ ਸਾਹਿਬ ਨੂੰ ਵੀ ਸੁਣਿਆ, ਮੈਨੂੰ ਬੜੀ ਨਮੋਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਡਿਬੇਟ ਦੇ ਵਿੱਚ ਆ ਕੇ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਜਿਸ ਮੁੱਦੇ ਤੇ ਗੱਲ ਚੱਲ ਰਹੀ ਹੈ ਤੁਸੀਂ ਉਸ ਮੁੱਦੇ ਤੇ ਜਵਾਬ ਦਿਓ। ਤੁਸੀਂ ਸਿੱਧੂ ਸਾਹਿਬ ਨੂੰ ਡਿਫੈਂਡ ਕਰਨ ਲੱਗੇ ਇੱਥੇ ਆ ਕੇ ਵੀ ਸਿੱਧੂ ਸਾਹਿਬ ਵੀ ਸਹੀ ਨੇ, ਸਾਡੇ ਚੰਨੀ ਸਾਹਿਬ ਵੀ ਸਹੀ ਨੇ। ਕੀ ਇਹ ਸਰਕਸ ਨਹੀਂ ਤਾਂ ਹੋਰ ਕੀ ਹੈ? ਪਾਰਟੀਆਂ ਨਹੀਂ ਕਹਿ ਰਹੀਆਂ, ਪੰਜਾਬ ਦਾ ਬੱਚਾ ਕਹਿ ਰਿਹਾ ਕਿ ਸਰਕਸ ਹੋ ਰਹੀ ਹੈ। ਤੁਸੀਂ ਕੀ ਕਹਿ ਰਹੇ ਹੋ? ਦੇਖੋ ਸਿੱਧੂ ਸਾਹਿਬ ਦੀਆਂ ਸਾਰੀਆਂ ਡਿਬੇਟਾਂ ਨੂੰ, ਉਹਨਾਂ ਦੀਆਂ ਸਾਰੀਆਂ ਪ੍ਰੈਸ ਕਾਨਫਰੰਸਾਂ ਨੂੰ ਛੱਡ ਦਿਓ, ਅੱਜ ਦੀ ਉਹ ਚੱਕ ਲਓ। ਤੁਸੀਂ ਅੱਜ ਦੀ ਕਾਨਫਰੰਸ ਦੇ ਵਿੱਚ ਸਿੱਧੂ ਦਾ ਬਲੇਮ ਆਪਣੀ ਹੀ ਸਰਕਾਰ ਤੇ ਲਾ ਰਹੇ ਨੇ ਕਿ ਸਾਰਾ ਕੁਝ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਸੀ ਪਹਿਲਾਂ 4.5 ਸਾਲ ਰਿਹਾ, ਉਹੀ ਕੁਝ ਹੁਣ ਚੱਲ ਰਿਹਾ। ਰਮਨ ਚਾਂਦੀ ਇੱਕ ਮਿੰਟ ਸਰ ਸੁਣ ਲਓ ਨਾ, ਸਰ ਸੁਣ ਲਓ ਚਾਂਦੀ ਤੁਸੀਂ ਠੀਕ ਹੈ, ਤੁਸੀਂ ਵਿਰੋਧੀ ਧਿਰ ਹੋ, ਤੁਸੀਂ ਸਵਾਲ ਚੁੱਕਨੇ ਆ, ਤੁਸੀਂ ਸਰਕਸ ਵੀ ਕਹਿ ਸਕਦੇ ਹੋ, ਕੁਝ ਵੀ ਕਹੋ, ਤੁਸੀਂ ਵੀ ਸਾਰਾ ਆਪਦਾ ਏਜੰਡਾ ਕਲੀਅਰ ਕਰੋ ਨਾ। ਤੁਸੀਂ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਹੋ, ਉਹਨਾਂ ਦੇ ਏਜੰਡਿਆਂ ਦੇ ਨਾਲ ਖੜੇ ਹੋ, ਜਾਂ ਮਿਸਟਰ ਚੰਨੀ ਜੋ ਕਰ ਰਹੇ ਉਹਦੇ ਨਾਲ ਖੜੇ ਹੋ? ਤੁਸੀਂ ਆਹ ਸਟੈਂਡ ਕਲੀਅਰ ਕਰੋ ਨਾ, ਤੁਸੀਂ ਵਿੱਚ ਵਿਚਾਲੇ ਲਮਕਦੇ ਫਿਰਦੇ ਹੋ। ਚਾਂਦੀ ਜੀ ਦੇਖੋ, ਵਿੱਚ ਵਿਚਾਲੇ ਦੀ ਗੱਲ ਨਹੀਂ ਹੈ ਇਹ। ਸਿੱਧੂ ਸਾਹਿਬ ਦੇ ਨਾਲ ਖੜਨ ਦਾ ਮਤਲਬ ਸਿਰਫ ਆਪਣੇ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਹੈ। ਤਾਂ ਜੇ ਪੰਜਾਬ ਦੇ ਹਿੱਤਾਂ ਨਾਲ ਸਿੱਧੂ ਸਾਹਿਬ ਖੜੇ ਨੇ ਤਾਂ ਸਿੱਧੂ ਸਾਹਿਬ ਦੇ ਨਾਲ ਆਮ ਆਦਮੀ ਪਾਰਟੀ ਖੜਦੀ ਹੈ, ਨਹੀਂ ਤਾਂ ਪੰਜਾਬ ਦੇ ਹਿੱਤਾਂ ਤੋਂ ਆਮ ਆਦਮੀ ਪਾਰਟੀ। ਇੱਕ ਮਿੰਟ ਮਿਸਟਰ ਕਿੰਗਰ, ਚਾਂਦੀ ਜੀ ਜੋ ਮਿਸਟਰ ਸਿੱਧੂ ਨੇ ਅੱਜ ਇਹ ਸਵਾਲ ਚੁੱਕੇ ਹੈ ਕਿ ਉਹਨਾਂ ਸਵਾਲਾਂ ਦੇ ਨਾਲ ਆਮ ਆਦਮੀ ਪਾਰਟੀ ਇਤਫਾਕ ਰੱਖਦੀ ਹੈ, SLP ਨਹੀਂ ਪਾਏਗੀ, ਬਲੈਂਕਟ ਬੇਲ ਦਬਾਉਣ ਵਾਲੇ ਕੌਣ ਲੋਕ ਹੈ, ਕਲੀਨ ਚਿੱਟ ਦੇਣ ਵਾਲੇ ਕੌਣ ਲੋਕ ਹੈ, ਜਿਹੜੇ ਸਵਾਲ ਉਹਨਾਂ ਨੇ ਚੁੱਕੇ ਹੈ ਉਹ ਸਵਾਲ ਸਹੀ ਹੈ ਕਿ ਨਹੀਂ? ਮੈਂ ਮਿਸਟਰ ਸਿੱਧੂ ਦਾ ਵਕਾਲਤ ਨਹੀਂ ਕਰਦਾ, ਮਿਸਟਰ ਸਿੱਧੂ ਦੀ, ਮੈਂ ਤੁਹਾਨੂੰ ਪੁੱਛ ਰਿਹਾ ਮਿਸਟਰ ਸਿੱਧੂ ਨੇ ਸਵਾਲ ਸਹੀ ਚੁੱਕੇ ਜਾਂ ਗਲਤ? ਬਿਲਕੁਲ 100% ਸਹੀ ਚੁੱਕੇ ਨੇ। ਦੇਖੋ, ਇਹ ਤਾਂ ਇੱਕ ਨਾਰਮਲ ਗੱਲ ਹੈ, ਅਸੀਂ ਵੀ ਕੇਸਾਂ ਦੇ ਵਿੱਚ ਰਹੇ ਹਾਂ, ਕੋਰਟ ਕਚਹਿਰੀਆਂ 'ਚ ਜਾਂਦੇ ਰਹੇ ਹਾਂ, ਮੇਰੇ ਕੋਲ ਸਾਰੇ ਜਾਂਦੇ ਰਹੇ ਹੋਣਗੇ, ਸਿਆਣੇ ਬੈਠੇ ਨੇ, ਪ੍ਰਵਕਤਾ ਵਕੀਲ ਸਾਹਿਬ ਵੀ ਬੈਠੇ ਨੇ। ਜਦ ਕੋਈ ਬੰਦਾ ਬੇਲ ਲੈ ਲੈਂਦਾ ਬਲੈਂਕਟ ਬੇਲ ਤੋਂ ਬਿਨਾਂ, ਜਦ ਵੈਸੇ ਹੀ ਕੋਈ ਬੰਦਾ ਬੇਲ ਲੈ ਲੈਂਦਾ ਤਾਂ ਵਿਰੋਧੀ ਪਾਰਟੀ ਹਾਇਰ ਕੋਰਟ ਦੇ ਵਿੱਚ ਜਾਂਦੀ ਹੈ, ਉਸ ਨੂੰ ਸਰਕਾਰ ਸ਼ੋਰ ਕਰੇ ਵੀ ਹਾਂ ਜੀ ਅਸੀਂ। ਮੈਂ ਇਹੀ ਤਾਂ ਪੁੱਛ ਰਿਹਾ ਚਾਹੁੰਦੇ ਜੀ, ਸਿੱਧੂ ਸਾਹਿਬ ਨੇ ਸਵਾਲ ਤੁਸੀਂ ਕਹਿ ਰਹੇ ਸਹੀ ਚੱਕੇ ਆ, ਚੰਨੀ ਸਾਹਿਬ ਦੀ ਫੰਕਸ਼ਨਿੰਗ ਗਲਤ ਹੈ? ਬਿਲਕੁਲ ਗਲਤ ਹੈ ਜੀ। ਚੰਨੀ ਸਾਹਿਬ ਦੀ ਫੰਕਸ਼ਨਿੰਗ ਜੋ ਹੈ, ਜਿਹੜੀ ਚੰਨੀ ਸਾਹਿਬ ਦੀ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਨਾਲ ਹੋ ਚੁੱਕੀ ਹੈ, ਇਹ ਸਾਰਾ ਕੁਝ ਮਿਲੀ ਭਗਤ। ਚਲੋ ਮੈਂ ਵਾਪਸ ਆ ਜਾਊਂਗਾ ਚਾਂਦੀ ਜੀ, ਵਾਪਸ ਆ ਜਾਊਂਗਾ ਸਰ। ਇਹ ਤਾਂ ਤੁਹਾਡੀ ਟੈਗਲਾਈਨ ਹੈ, ਸਭ ਮਿਲੇ ਹੋਏ ਆ ਜੀ। ਧਾਰਨੀ ਸਾਹਿਬ, ਤੁਸੀਂ ਮਿਸਟਰ ਸਿੱਧੂ ਦਾ ਹਮੇਸ਼ਾ ਵਿਰੋਧ ਕੀਤਾ, ਮੈਂ ਤੁਹਾਨੂੰ ਫੋਕਸ ਮੁੱਦਿਆਂ ਵੱਲ ਕਰ ਰਿਹਾ ਮਿਸਟਰ ਧਾਰਨੀ, ਉਸ ਦਾ ਜਵਾਬ ਦੇ ਦਿਓ ਕਿਰਪਾ ਕਰਕੇ। SLP ਕਿਉਂ ਨਹੀਂ ਪਾਏਗੀ? ਸਿੱਧੂ ਸਾਹਿਬ ਦਾ ਇਹ ਸਵਾਲ ਗਲਤ ਹੈ ਜਾਂ ਸਹੀ ਹੈ? ਧਾਰਨੀ ਸਾਹਿਬ ਦੇਖੋ, ਇਹ ਸਾਰਾ ਕੁਝ ਸਰਕਾਰ ਨੇ ਦੇਖਣਾ ਹੁੰਦਾ ਹੈ ਕਿ ਪਾਉਣੀ ਹੈ ਜਾਂ ਨਹੀਂ ਪਾਉਣੀ। ਧਾਰਨੀ ਸਾਹਿਬ ਮੈਂ ਡਿਫਰੈਂਸ਼ੀਏਟ ਕਰਕੇ ਚੱਲਦਾ ਸਰ, ਪਲੀਜ਼ ਆਪਾਂ ਸਪੈਸੀਫਿਕ ਜਵਾਬ ਦੇ ਦਈਏ ਧਾਰਨੀ ਸਾਹਿਬ, ਨਹੀਂ ਤਾਂ ਤੁਸੀਂ ਕਹਿ ਦਿਓ ਵੀ ਇਹ ਸਵਾਲ ਕੋਈ ਹੋਰ ਕਰ ਲਾ ਭਾਈ, ਤੇਰਾ ਸਵਾਲ ਪਸੰਦ ਨਹੀਂ ਹੈਗਾ, ਤੁਹਾਨੂੰ ਖੁੱਲੀ ਛੋਟਾ ਸਰ, ਸੰਵਿਧਾਨ ਹੱਕ ਦਿੰਦਾ ਤੁਹਾਨੂੰ। ਧਾਰਨੀ ਸਾਹਿਬ, SLP ਵਾਲਾ ਸਵਾਲ ਮਿਸਟਰ ਸਿੱਧੂ ਦਾ ਸਹੀ ਹੈ ਜਾਂ ਗਲਤ ਹੈ ਸਰ? ਧਾਰਨੀ ਸਾਹਿਬ ਦੇਖੋ, ਜੇ ਕੋਈ ਕੇਸ ਦੇ ਵਿੱਚ ਨਾ ਕੋਈ ਇਸ ਤਰ੍ਹਾਂ ਦਾ ਲਾਭ ਦਾ ਕੁਐਸਚਨ ਹੈ ਜਿਹੜਾ ਉਹ ਬਣਿਆ ਵਾ ਹੋਵੇ ਤਾਂ ਮੇਰਾ ਖਿਆਲ ਆ ਵੀ SLP ਪਾਉਣੀ ਚਾਹੀਦੀ ਸੀ। ਪਰ ਜੋ ਆਨਰੇਬਲ ਹਾਈ ਕੋਰਟ ਨੇ ਜੋ ਕੁਐਸਚਨ ਚੱਕੇ, ਜੋ ਉਹਨਾਂ ਨੂੰ ਜਿਹੜੇ ਹੈਗੇ ਆ ਉਸ ਆਰਡਰ ਦੇ ਵਿੱਚ ਲਿਖਿਆ, ਔਰ ਮੈਨੂੰ ਨਹੀਂ ਲੱਗਦਾ, ਦੇਖੋ ਇੱਕ ਸਰਕਾਰ ਦਾ ਪ੍ਰੀਵਿਊ ਬਣਦਾ ਹੈਗਾ ਕਿ ਉਹਨਾਂ ਨੂੰ SLP ਪਾਉਣੀ ਚਾਹੀਦੀ ਸੀ, ਪਰ ਕਿਉਂਕਿ ਉਹਨਾਂ ਨੇ ਆਪਣੇ ਸਾਰੇ ਲੀਗਲ ਜਿੰਨੇ ਉਹ ਹੈਗੇ ਆ ਨਾ ਐਡਵਾਈਜ਼ਰ, ਉਹਨਾਂ ਨਾਲ ਸਲਾਹ ਕਰਕੇ ਦੇਖ ਲਈ ਕਿ ਉਹਦੇ ਵਿੱਚ ਦੇਖੋ ਇੱਕ ਆਮ ਜਿਹੜਾ IO ਹੈਗਾ, ਜਾਂ ਮੈਂ ਵਕੀਲ ਹੋਣ ਦੇ ਨਾਤੇ ਜੇ ਕਹਾਂ ਤਾਂ ਜਿਹੜਾ ਕੁਝ ਉਹਦੇ ਵਿੱਚ ਕਰਿਆ ਵਾ ਸੀ, ਜੋ ਸਵਾੜ ਆਈ ਵੀ ਸੀ, ਉਸ ਹਿਸਾਬ ਨਾਲ ਜਿੰਨੀਆਂ ਹੁਣ ਕਿਹੜੇ ਵਰਡ ਯੂਜ਼ ਕਰਾਂ, ਜੋ ਹਾਈ ਕੋਰਟ ਨੇ ਜਿਹੜੇ ਹੈਗੇ ਆ ਉਹਦੇ ਵਿੱਚ ਗੱਲਾਂ ਕੀਤੀਆਂ ਹੈਗੀਆਂ, ਮੈਨੂੰ ਲੱਗਦਾ ਵੀ ਸੁਪਰੀਮ ਕੋਰਟ ਦੇ ਵਿੱਚ ਹੋਰ ਡਰਨ ਵਾਲੀ ਗੱਲ ਸੀ ਕਿ ਉੱਥੇ ਤੋਂ ਕੀ ਆਵਾਜ਼ਾਂ ਪੈਣਗੀਆਂ। ਚਲੋ ਦੂਜੀ ਗੱਲ, ਧਾਰਨੀ ਸਾਹਿਬ ਇੱਕ ਸਵਾਲ ਹੋਰ ਕਰ ਲੈਣ ਦਿਓ। ਧਾਰਨੀ ਸਾਹਿਬ ਇਸੇ ਨਾਲ ਹੀ ਜੁੜਿਆ ਹੋਇਆ। ਧਾਰਨੀ ਸਾਹਿਬ, ਮਿਸਟਰ ਸਿੱਧੂ ਇੱਕ ਗੱਲ ਹੋਰ ਕਹਿੰਦੇ ਆ ਕਿ ਜਿਹੜੇ DGP ਲਾਏ ਆ, AG ਲਾਏ ਆ, ਉਹ ਬੰਦੇ ਲਾਏ ਆ ਜਿਨ੍ਹਾਂ ਨੇ ਤੁਹਾਨੂੰ ਬਚਾਇਆ। ਧਾਰਨੀ ਸਾਹਿਬ,
ਇਸ ਮਾਮਲੇ ਨਾਲ ਤੁਸੀਂ ਖੜੇ ਹੋ, ਸਿੱਧੂ ਸਾਹਿਬ ਨੇ ਇਹ ਸਵਾਲ ਸਹੀ ਚੁੱਕਿਆ ਜਾਂ ਤੁਹਾਡੇ ਤੇ ਅਟੈਕ ਕਰ ਰਿਹਾ ਜਾਣਬੁੱਝ ਕੇ? ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿੱਥੋਂ ਤੱਕ ਤਾਂ ਆਮ ਆਦਮੀ ਆਪਣਾ ਐਡਵੋਕੇਟ ਜਨਰਲ ਦਾ ਹੈਗਾ, ਉਹ ਸਾਡੇ ਕਿਸੇ ਕੇਸ ਦੇ ਵਿੱਚ ਵਕੀਲ ਨਹੀਂ ਰਿਹਾ ਹੈਗਾ। ਦੂਜੀ ਗੱਲ, ਉਹ ਦੇਖੋ ਇੱਕ ਮੈਂ ਨਾ ਤੁਹਾਡੇ ਅੱਜ KP ਮੈਨੂੰ ਜੇ 1 ਸਕਿੰਟ ਦਾ ਟਾਈਮ ਦਿਓਗੇ, ਦੇਖੋ ਇੱਕ ਗੱਲ ਨਾ ਐਥਿਕਸ ਦੀ ਹੁੰਦੀ ਹੈ। ਮੈਂ ਨਾ ਜੇ ਮੈਂ ਵਕੀਲ ਹੈਗਾ, ਮੇਰੇ ਲਈ ਤੁਸੀਂ ਮੇਰੇ ਕੋਲ ਆ ਜਾਂਦੇ ਆ ਤਾਂ ਮੇਰੇ ਲਈ KP ਸਿੰਘ ਮੈਨਾ ਨਹੀਂ ਰੱਖਦਾ, ਮੇਰੇ ਲਈ ਇੱਕ ਕਲਾਇੰਟ ਮੈਨਾ ਰੱਖਦਾ। ਮੇਰੇ ਕੋਲ ਮੇਰੀ ਕਾਬਲੀਅਤ ਦੇ ਮੁਤਾਬਕ ਜਿਹੜਾ ਹੈਗਾ ਕਲਾਇੰਟ ਨੇ ਆਉਣਾ ਹੈਗਾ, ਉਹ ਗਵਰਨਰ ਵੀ ਹੋ ਸਕਦਾ, DGP ਵੀ ਹੋ ਸਕਦਾ, ਚੀਫ ਮਿਨਿਸਟਰ ਵੀ ਹੋ ਸਕਦਾ, ਜੇ ਮੇਰੀ ਕਾਬਲੀਅਤ ਹੋਊਗੀ। ਜੇ ਮੇਰੀ ਕਾਬਲੀਅਤ ਨਹੀਂ ਹੈਗੀ ਤਾਂ ਮੇਰੇ ਕੋਲ ਛੋਟੇ ਛੋਟੇ ਕਲਾਇੰਟ ਵੀ ਆਉਣਗੇ ਤਾਂ ਉਹ ਮੇਰੀ ਹੋ ਸਕਦਾ ਮੈਨੂੰ ਇਹ ਸਮਝਣ ਵੀ ਇਹ ਇੰਨੇ ਦੇ ਕਾਬਲ ਹੈਗਾ। ਧਾਰੀ ਸਾਹਿਬ ਠੀਕ ਹੈ, ਧਾਰੀ ਸਾਹਿਬ ਤੁਸੀਂ ਐਥਿਕਸ ਦੀ ਗੱਲ ਕੀਤੀ ਹੈ। ਧਾਰੀ ਸਾਹਿਬ ਐਥਿਕਸ ਦੀ, ਮੈਂ ਤੁਹਾਡੇ ਨਾਲ ਹੀ ਸਰ ਅੱਗੇ ਵਧ ਰਿਹਾ। ਧਾਰੀ ਸਾਹਿਬ ਤੁਹਾਡੇ ਨਾਲ ਹੀ ਅੱਗੇ ਵਧ ਰਿਹਾ ਸਰ, ਤੁਹਾਨੂੰ ਨਹੀਂ ਛੱਡ ਰਿਹਾ, ਮੈਂ ਤੁਹਾਡੇ ਨਾਲ ਹੀ ਅੱਗੇ ਵਧ ਰਿਹਾ। ਧਾਰੀ ਸਾਹਿਬ AG ਤੇ DGP ਦੀ ਨਿਯੁਕਤੀ ਦੇ ਜਿਹੜੇ ਸਿੱਧੂ ਸਾਹਿਬ ਦੇ ਸਵਾਲ ਹੈ, ਉਹ ਗਲਤ ਸਵਾਲ ਹੈ ਦਾ ਮਤਲਬ? ਧਾਰੀ ਸਾਹਿਬ ਤੁਸੀਂ ਅਕਾਲੀ ਦਲ ਸਪੋਰਟ ਕਰਦਾ AG ਤੇ DGP ਦੀ ਇਸ ਪੋਸਟਿੰਗ ਨੂੰ? ਮੈਂ ਨਾ ਇਹਦਾ ਸਵਾਲ ਕਰਦਾ ਜੀ। ਮੈਂ ਕਾਊਂਟਰ ਸਵਾਲ ਮੇਰਾ ਇਹ ਹੈਗਾ ਕਿ ਐਡਵੋਕੇਟ ਜਨਰਲ ਨੂੰ ਇਸ ਕਰਕੇ ਉਹਦੇ ਤੇ ਕੁਐਸਚਨ ਮਾਰਕ ਉੱਠਿਆ ਕਿਉਂਕਿ ਉਹ ਸੁਮੇਧ ਸਿੰਘ ਸੈਣੀ ਦੇ ਵਕੀਲ ਰਹੇ ਹੈਗੇ। ਮੈਂ ਪੁੱਛਦਾ 1978 ਦੇ ਵਿੱਚ ਜਿਹੜਾ ਸਭ ਤੋਂ ਵੱਡਾ 13 ਸਿੱਖਾਂ ਦੀ ਸ਼ਹੀਦੀ ਹੋਈ ਅੰਮ੍ਰਿਤਸਰ ਦੇ ਵਿੱਚ, ਉਹ ਕੇਸ ਦਾ ਨਾਂ ਸੀ ਸਟੇਟ ਵਰਸਸ ਗੁਰਬਚਨ ਸਿੰਘ ਨਿਰੰਕਾਰੀ ਕੇਸ। ਉਹ ਕੇਸ ਜਿਹੜਾ ਹੈਗਾ ਟ੍ਰਾਂਸਫਰ ਕਰਾ ਕੇ ਉੱਥੇ ਲੈ ਗਏ ਸੀ ਆਪਣਾ ਇਹਦੇ ਵਿੱਚ ਕਰਨਾਲ ਦੇ ਵਿੱਚ। ਉਸ ਦੇ ਵਿੱਚ SGPC ਵੱਲੋਂ ਜਿਹੜੇ ਹੈਗੇ 3 ਵਕੀਲ ਖੜੇ ਕਰੇ ਗਏ ਸੀ ਔਰ ਉਹਦੇ ਤੇ ਪੂਰਨ ਸਿੰਘ ਹੁੰਦਲ ਦੀ ਤੁਸੀਂ ਹੁਣ ਕੱਢ ਕੇ ਦੇਖ ਲਓ ਗੂਗਲ ਤੇ ਰਿਪੋਰਟ। ਉਹਨਾਂ ਨੇ ਕਿਹਾ ਇੱਕ ਮਿੰਟ ਸਰ ਸੁਣ ਤਾਂ ਲਓ ਨਾ। ਧਾਰਨੀ ਸਾਹਿਬ ਸਰ ਤੁਸੀਂ ਇਹ ਸਵਾਲ ਚੁੱਕਦੇ ਹੋ ਕਿ ਟਾਈਟਲ ਨੂੰ ਉਹਦੇ ਕਿਉਂ ਦਿੱਤੇ ਜਾਂਦੇ, ਮੈਂ ਤਾਂ ਤੁਹਾਨੂੰ ਸਵਾਲ ਕਰ ਰਿਹਾ, ਤੁਸੀਂ ਜਸਟੀਫਾਈ ਕਰ ਦਿਓ ਨਾ। ਇੱਕ ਮਿੰਟ ਸਰ ਸੁਣ ਲਓ ਨਾ, ਸੁਣ ਲਓ ਸਰ, ਧਾਰਨੀ ਸਾਹਿਬ ਸੁਣ ਲਓ। AG ਤੇ DGP ਦੀ ਨਿਯੁਕਤੀ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਸਟੈਂਡ ਕਿਉਂ ਨਹੀਂ ਸਾਫ਼ ਕਰਦੇ? ਕਰੋ ਸਾਫ਼। ਮੇਰੀ ਮੈਂ ਕਰਦਾ ਨਾ, ਮੈਂ ਸਟੈਂਡ ਸਾਫ਼ ਕਰਦਾ। ਉਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਸਿੱਧੂ ਜਿਹੜੇ ਹੈਗੇ ਨਿਰੰਕਾਰੀਆਂ ਵੱਲੋਂ ਵਕੀਲ ਸੀ ਔਰ 1983 ਦੇ ਵਿੱਚ ਉਹਨਾਂ ਨੂੰ ਐਡਵੋਕੇਟ ਜਨਰਲ ਲਾਇਆ ਗਿਆ। 1985 9ਵੇਂ ਮਹੀਨੇ ਤੱਕ ਉਹ ਐਡਵੋਕੇਟ ਜਨਰਲ ਰਹੇ। ਬਿਲਕੁਲ ਮੈਂ ਇਹ ਕੁਐਸਚਨ ਚੱਕਦਾ ਹੈਗਾ। ਮੈਂ ਦੇਖੋ ਬਤੌਰ ਵਕੀਲ ਤੁਹਾਨੂੰ ਜਵਾਬ ਦੇ ਰਿਹਾ ਹੈ, ਐਥਿਕ ਦੀ ਗੱਲ ਹੁੰਦੀ ਹੈਗੀ ਆ। ਸਾਡੇ ਕੋਲ ਜਿਹੜਾ ਕਲਾਇੰਟ ਆ ਗਿਆ ਸਾਨੂੰ ਉਸ ਕੇਸ ਦੇ ਵਿੱਚ ਵਕੀਲ ਹੋਣਾ ਪੈਣਾ ਨਿਸਬਤ ਕੇ ਉਹਦਾ ਨਾਮ। ਸਰ ਧਾਰਨੀ ਸਾਹਿਬ ਤੁਸੀਂ ਭਗਵੰਤ ਸਿੰਘ ਸਿੱਧੂ ਦਾ ਜ਼ਿਕਰ ਕੀਤਾ, ਔਨ ਰਿਕਾਰਡ ਹੈ, ਤੁਸੀਂ ਜ਼ਿੰਮੇਵਾਰੀ ਨਾਲ ਬਿਆਨ ਦੇ ਰਹੇ ਹੋ? ਬਿਲਕੁਲ, ਤੁਸੀਂ ਗੂਗਲ ਕਰ ਲਓ। ਚਲੋ ਮੈਂ ਗੂਗਲ ਵੀ ਕਰ ਲੈਣਾ ਧਾਰਨੀ ਸਾਹਿਬ, ਮੈਂ ਗੂਗਲ ਵੀ ਕਰ ਲੈਣਾ। ਮੇਰੇ ਕੋਲ ਤੁਸੀਂ ਇੱਕ ਮਿੰਟ ਸਰ ਸੁਣ ਤਾਂ ਲਓ। ਧਾਰਨੀ ਸਾਹਿਬ ਗੁੱਸਾ ਕਰ ਜਾਂਦੇ ਨਹੀਂ ਜਲਦੀ। ਧਾਰਨੀ ਸਾਹਿਬ ਯਾਰ ਮੇਰੀ ਤਾਂ ਇੱਕ ਮਿੰਟ ਛੋੜ, ਤੁਹਾਡੀ ਗੱਲ ਹੀ ਸੁਣ ਰਿਹਾ ਸਰ, ਤੁਹਾਡੀ ਗੱਲ ਹੀ ਸੁਣ ਰਿਹਾ। ਧਾਰਨੀ ਸਾਹਿਬ ਤੁਸੀਂ ਐਡੇ ਵੱਡੇ ਵਕੀਲ ਹੋ, ਗੂਗਲ ਕਰਨ ਦੀ ਮੈਨੂੰ ਕੀ ਜ਼ਰੂਰਤ ਹੈਗੀ? ਤੁਸੀਂ ਕਹਤਾ ਮੈਂ ਮੰਨ ਲਿਆ। ਮੈਂ ਤਾਂ ਇਹ ਸਵਾਲ ਤੁਹਾਡੇ ਤੋਂ ਜਾਨਣਾ ਚਾਹ ਰਿਹਾ। ਇੱਕ ਮਿੰਟ ਸਰ ਸੁਣ ਤਾਂ ਲਓ ਨਾ। AG ਤੇ DGP ਦੀ ਨਿਯੁਕਤੀ ਦਾ ਸਵਾਲ ਨਿਰੋਸ਼ਨ ਸਿੱਧੂ ਨੇ ਗਲਤ ਚੁੱਕਿਆ, ਅਕਾਲੀ ਦਲ ਦਾ ਸਟੈਂਡ ਕੀ ਹੈ? ਸਾਡਾ ਕੋਈ ਸਟੈਂਡ ਨਹੀਂ ਹੈਗਾ। ਜਿਹਨੂੰ ਮਰਜ਼ੀ ਲਾ ਦਿਓ, ਇਹਨੂੰ ਲਾ ਦਿਓ, ਬੀ ਨੂੰ ਲਾ ਦਿਓ। ਨਾਲ ਜਿਹੜੀ ਹੈਗੀ ਆ ਕੱਲ ਬਿੱਟੂ ਜੀ ਦੀ ਚਲੋ ਮੈਂ ਇੱਕ ਹੋਰ ਸਵਾਲ ਕਰ ਲੈਣਾ। ਇੱਕ ਹੋਰ ਸਰ ਛੱਡੋ ਸਰ, ਬਿੱਟੂ ਸਾਹਿਬ ਨੂੰ ਛੱਡੋ ਨਾ ਸਰ, ਉਹ ਕਾਂਗਰਸੀ ਆਪੇ ਨਜਿੱਠ ਲੈਣਗੇ ਬਿੱਟੂ ਸਾਹਿਬ ਨੂੰ ਕਾਂਗਰਸੀ ਆਪੇ ਨਜਿੱਠ ਲੈਣਗੇ ਸਰ। ਧਾਰਨੀ ਸਾਹਿਬ ਤੁਸੀਂ ਕਹਿ ਰਹੇ ਹੋ ਸਾਡਾ ਕੋਈ ਸਟੈਂਡ ਨਹੀਂ ਹੈਗਾ। ਇਹ AG ਤੇ DGP ਅਕਾਲੀ ਦਲ ਦੇ ਨਾਲ ਕੋਈ ਸਿਆਸੀ ਬਦਲਾਖੋਰੀ ਤਾਂ ਨਹੀਂ ਕਰਨਗੇ? ਧਾਰਨੀ ਸਾਹਿਬ ਸਾਨੂੰ ਦੇਖੋ ਇੱਕ ਗੱਲ ਇਹ ਹੈਗੀ, ਅਸੀਂ ਬਿਲਕੁਲ ਕੱਲ ਕਲੀਅਰ ਕੀਤਾ ਹੈਗਾ ਕਿ ਕੱਲ ਜਿਹੜਾ ਹੁਣ ਉਹਦੇ ਵਿੱਚ ਦੁਬਾਰਾ ਸਿੱਟ ਬਣਾਈ ਗਈ ਹੈਗੀ ਆ। ਸਾਨੂੰ ਬਿਲਕੁਲ ਲੱਗਦਾ ਹੈਗਾ ਕਿ ਬਦਲਾਖੋਰੀ ਦੇ ਨਾਲ DGP ਜਿਹੜੇ ਹੈਗੇ ਉਹ ਤੁਸੀਂ AG ਤੇ DGP ਦੇ ਸਟੈਂਡ ਨਹੀਂ ਕਲੀਅਰ ਕਰਦੇ ਪਏ, ਹੁਣ ਤੁਸੀਂ ਕਹਿ ਰਹੇ ਹੋ ਸਿਆਸੀ ਬਦਲਾਖੋਰੀ ਹੋ ਸਕਦੀ ਹੈ ਸਰ। ਨਹੀਂ ਸਾਡੇ ਕਹਿਣ ਤੇ ਕੀ ਉਹਨਾਂ ਤਾਰ ਦਿੱਤਾ ਜਾਊਗਾ? ਸਰ ਤੁਸੀਂ ਸਟੈਂਡ ਤਾਂ ਕਰੋ ਨਾ ਕਲੀਅਰ, ਇਹਦਾ ਸਟੈਂਡ ਕਿਉਂ ਨਹੀਂ ਕਲੀਅਰ ਕਰਦੇ ਸਰ? ਤੁਸੀਂ ਖੁੱਲ ਕੇ ਕਿਉਂ ਨਹੀਂ ਬੋਲਦੇ ਪਏ AG ਤੇ DGP ਬਾਰੇ? ਉਹ ਆਪਣੇ ਹੀ ਆਪਾਂ ਮੁਕਾ ਲੈਣ। ਚਲੋ ਠੀਕ ਹੈ। ਮੈਂ ਮਿਸਟਰ ਸਰੀਨ ਕੋਲੇ ਆ ਰਿਹਾ। ਇੱਕ ਮਿੰਟ ਸਰ ਹੁਣ ਆ ਰਿਹਾ। ਧਾਰਨੀ ਸਾਹਿਬ ਮੈਨੂੰ ਮਿਸਟਰ ਸਰੀਨ ਦਾ ਟੇਕ ਲੈ ਲੈਣ ਦਿਓ। ਅਸ਼ੋਕ ਸਰੀਨ, ਸਿੱਧੂ ਸਾਹਿਬ ਐਵੇਂ ਹੀ ਬੋਲੀ ਜਾਂਦੇ ਆ, ਕੋਈ ਮੁੱਦਾ ਨਹੀਂ ਹੈਗਾ। ਤੁਹਾਨੂੰ ਸਾਰਿਆਂ ਨੂੰ ਆਊਟ ਕਰਤਾ, ਸਾਰੀਆਂ ਪੋਲੀਟੀਕਲ ਪਾਰਟੀਆਂ ਬੇਰੁਜ਼ਗਾਰ ਕਰਤੀਆਂ, ਸਿੱਧੂ ਸਾਹਿਬ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਆ। ਮਿਸਟਰ ਸਰੀਨ ਦੇਖੋ, ਸਿੱਧੂ ਸਾਹਿਬ ਵਿਰੋਧੀ ਧਿਰ ਦੀ ਭੂਮਿਕਾ ਹੀ ਨਹੀਂ ਨਿਭਾ ਰਹੇ। ਮੈਂ ਕਹਿਣਾ ਚਾਹੁੰਦਾ ਸਿੱਧੂ ਸਾਹਿਬ ਅਨਸੈਟੀਸਫਾਈਡ ਔਰ ਕਨਫਿਊਜ਼ਡ ਹੋ ਗਿਆ ਹੈ ਕਿ ਜਿਸ ਕੰਮ ਦੇ ਲਈ ਇਹ ਸਾਰੀ ਉਥਲ ਪੁਥਲ ਕਰਾਈ ਸੀ, ਉਹ ਮੇਰੇ ਹੱਥੋਂ ਗੇਂਦ ਨਿਕਲ ਗਈ ਮੁੱਖ ਮੰਤਰੀ ਦੀ।
ਬਾਕੀ ਜਿੱਥੋਂ ਤੱਕ ਗੱਲ ਹੈ ਭਾਰਤੀ ਜਨਤਾ ਪਾਰਟੀ ਦੀ, ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਜਨਤਕ ਕਰ ਦਿਓ ਜਿਹੜੀ ਨਸ਼ਿਆਂ ਦੀ ਰਿਪੋਰਟ ਹੈ, ਉਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਨਾ, ਸਰਕਾਰ ਨਹੀਂ ਕਰਦੀ ਵੀ। ਔਰ ਭਾਰਤੀ ਜਨਤਾ ਪਾਰਟੀ ਨਹੀਂ ਕਹਿੰਦੀ, ਭਾਰਤੀ ਜਨਤਾ ਪਾਰਟੀ ਕਹਿੰਦੀ ਹਰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਭਾਈ ਦੇਣੀ ਤੁਸੀਂ ਹੈ ਨਾ, ਜੇ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਨਸ਼ੇ ਵਾਲੇ ਵੀ ਅੰਦਰ ਦਿੰਦੇ, ਬੇਅਦਬੀ ਕਰਨ ਵਾਲੇ ਵੀ ਅੰਦਰ ਦਿੰਦੇ, ਬਰਗਾੜੀ ਕਾਂਡ ਵਾਲੇ ਵੀ ਅੰਦਰ ਦਿੰਦੇ। ਇੱਕ ਮਿੰਟ ਸਰੀਨ ਸਾਹਿਬ ਇੱਕ ਮਿੰਟ ਸਰ, ਸਰੀਨ ਸਾਹਿਬ ਜਦੋਂ ਬੇਅਦਬੀ ਹੋਈ ਸੀ ਸਰ, ਤੁਸੀਂ ਸਰਕਾਰ ਦੇ ਵਿੱਚ ਹਿੱਸੇਦਾਰ ਸੀਗੇ ਸਰੀਨ ਸਾਹਿਬ, ਭੁੱਲ ਜਾਂਦੇ ਹੋ ਤੁਸੀਂ? ਸੀਬੀਆਈ ਕੋਲੇ ਵੀ ਕੇਸ ਚਲਾ ਗਿਆ ਸੀ, ਉਹ ਵੀ ਭੁੱਲ ਜਾਂਦੇ ਹੋ ਤੁਸੀਂ ਸਰੀਨ ਸਾਹਿਬ? ਤੁਸੀਂ ਯਾਦ ਨਹੀਂ ਕੁਝ ਰੱਖਣਾ ਚਾਹੁੰਦੇ? ਤੁਹਾਨੂੰ ਪਤਾ ਹੈ ਕਿ ਲੋਕਾਂ ਦੀ ਯਾਦ ਸ਼ਕਤੀ ਹੈ ਬਹੁਤ ਕਮਜ਼ੋਰ ਹੈਗੀ ਆ, ਪਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਸਰ, ਇਸ ਮੰਚ ਦੀ ਯਾਦ ਸ਼ਕਤੀ ਬਹੁਤ ਤੇਜ਼ ਹੈ। ਬੋਲੋ ਸਰੀਨ ਸਾਹਿਬ। ਲੋਕਾਂ ਦੀ ਵੀ ਕਮਜ਼ੋਰ ਨਹੀਂ ਹੈ ਔਰ ਤੁਹਾਡੀ ਵੀ ਕਮਜ਼ੋਰ ਨਹੀਂ ਹੈ। ਲੋਕੀ ਇਹ ਗੱਲ ਜਾਣਦੇ ਆ ਕਿ ਸਜ਼ਾ ਦਿੱਤੀ, ਅਸੀਂ ਇਸ ਚੀਜ਼ ਦਾ ਸਬੂਤ ਹੈ 84 ਦੇ ਦੰਗਿਆਂ ਨੂੰ ਵੀ ਸਾਡੀ ਸਰਕਾਰ ਨੇ 30 ਸਾਲਾਂ ਬਾਅਦ ਇਨਸਾਫ ਦਿੱਤਾ। ਦੰਗੇ ਨਾ ਕਹੋ ਸਰ, 84 ਦੇ ਦੰਗੇ ਨਾ ਕਹੋ ਪਲੀਜ਼ ਸਰੀਨ ਸਾਹਿਬ, 84 ਦੇ ਦੰਗੇ ਨਾ ਕਹੋ ਸਰ ਪਲੀਜ਼। ਕਤਲੇਆਮ ਦਾ ਇਨਸਾਫ ਵੀ ਭਾਰਤੀ ਜਨਤਾ ਪਾਰਟੀ ਨੇ, ਕਾਂਗਰਸ ਇਸ ਵਿਸ਼ੇ ਤੇ ਆਉਂਦੀ ਹੀ ਨਹੀਂ। ਮੈਂ ਤਾਂ ਇਹ ਕਹਿਣਾ ਚਾਹੁੰਦਾ ਅੱਜ ਦੇ ਵਿਸ਼ੇ ਦੇ ਉੱਤੇ ਕਾਂਗਰਸ ਜਿਹੜੀ ਮਜ਼ਬੂਤ ਸੀ, ਸਾਡੇ ਕਿੰਗਰਾ ਸਾਹਿਬ ਬੈਠੇ, ਅੱਜ ਉਹ ਮਜਬੂਰ ਹੋ ਗਈ ਭਾਈ ਜਾਂ ਪ੍ਰਧਾਨ ਬਦਲ ਦੋ ਤੇ ਜਾਂ ਅਫਸਰ ਬਦਲ ਦੋ। ਪੰਜਾਬ ਦੀ ਗੱਲ ਲੁਕ ਗਈ, ਪੰਜਾਬ ਦੇ ਬਾਰੇ ਲੋਕਾਂ ਦਾ ਸੋਚ ਲਓ, ਜਾਂ ਪ੍ਰਧਾਨ ਬਦਲ ਦੋ ਜਾਂ ਉਹ ਬਦਲ ਦੋ। ਇੱਕ ਮਿੰਟ ਸਰੀਨ ਸਾਹਿਬ, ਮੁੱਖ ਮੰਤਰੀ ਨਹੀਂ ਬਦਲਣਾ ਚਾਹੀਦਾ? ਮੁੱਖ ਮੰਤਰੀ ਠੀਕ ਹੈ ਮਿਸਟਰ ਚੰਨੀ? ਭਾਈ ਸਾਹਿਬ ਕੋਈ ਮੁੱਖ ਮੰਤਰੀ ਬਦਲ ਲਓ, ਪ੍ਰਧਾਨ ਬਦਲ ਲਓ, ਅਫਸਰ ਬਦਲ ਲਓ, ਉਹ ਬਦਲ ਦੋ, ਪਰ ਇਹ ਕੰਮ ਕਰਨ ਦਾ ਤਰੀਕਾ ਬਦਲੋ। ਲੋਕਾਂ ਨੇ ਵੋਟਾਂ ਪਾਈਆਂ, ਲੋਕਾਂ ਦਾ ਖਿਆਲ ਕਰੋ। ਚਲੋ ਮੈਂ ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਹਰਦੀਪ ਸਿੰਘ ਕਿੰਗਰਾ ਤੋਂ ਫਿਰ ਸਵਾਲ ਹੋਣਗੇ ਜ਼ਰੂਰ। ਸਿੱਧੂ ਦੇ ਨਿਸ਼ਾਨੇ ਤੇ ਸੀਐਮ ਕਿਉਂ, ਸਾਡਾ ਸਵਾਲ ਇਹ ਹੈ, ਪਰ ਇਹ ਮੁੱਖ ਮੰਤਰੀ ਲੜਾਈ ਹੈ, ਮੁੱਦਿਆਂ ਦੀ ਲੜਾਈ ਹੈ, ਸਵਾਲ ਜਵਾਬ ਇਸੇ ਟਿਕੇ ਹੋਏ ਆ। ਜੇ ਮੁੱਦੇ ਪੰਜਾਬ ਦੇ ਮੋਹਰੀ ਹੈ ਕਿ ਤਾਂ ਮੁੱਖ ਮੰਤਰੀ ਲੜਾਈ ਹੈ ਜਿਹੜੀ ਉਹ ਪਾਸੇ ਤਾਂ ਨਹੀਂ ਰਹਿ ਸਕਦੀ। ਕਿ ਇਹ ਸਵਾਲ ਇਸ ਕਰਕੇ ਪੁੱਛਿਆ ਜਾ ਰਿਹਾ ਕਿਉਂਕਿ ਸਿੱਧੂ ਸਾਹਿਬ ਤੋਂ ਅੱਜ ਮੁੱਖ ਮੰਤਰੀ ਵਾਲਾ ਸਵਾਲ ਕਰ ਲਿਆ ਗਿਆ, ਉਦੋਂ ਉਹਨਾਂ ਨੇ ਕਿਹਾ ਹਾਈ ਕਮਾਨ ਨੇ ਲਾਇਆ ਮਿਸਟਰ ਚੰਨੀ ਨੂੰ। ਇਹੀ ਸਵਾਲ ਕਿੰਗਰਾ ਸਾਹਿਬ ਤੋਂ ਵਾਪਸ ਆ ਕੇ ਪੁੱਛੂੰਗਾ ਜ਼ਰੂਰ, ਹਾਈ ਕਮਾਨ ਨੇ ਲਾਇਆ ਤੇ ਸਿੱਧੂ ਸਾਹਿਬ ਕੀ ਉਸ ਫੈਸਲੇ ਤੋਂ ਬਾਹਰ ਸੀ? ਵਾਪਸ ਆ ਰਿਹਾ ਮੁੱਦਿਆਂ ਤੇ ਮੁੱਖ ਮੰਤਰੀ ਚੋਂ ਨਵਜੋਤ ਸਿੰਘ ਸਿੱਧੂ ਦਾ ਅਸਲ ਏਜੰਡਾ ਹੈ। ਹਰਦੀਪ ਸਿੰਘ ਕਿੰਗਰਾ, ਜਦੋਂ ਸਿੱਧੂ ਸਾਹਿਬ ਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਉਹ ਤੁਹਾਡੀ ਚੁਆਇਸ ਦੇ ਨਾਲ ਬਣਿਆ ਜਾਂ ਤੁਹਾਡੀ ਸਹਿਮਤੀ ਨਾਲ ਬਣਿਆ, ਸਿੱਧੂ ਸਾਹਿਬ ਥੋੜਾ ਨਾਰਾਜ਼ ਹੁੰਦੇ ਆ ਤੇ ਉਹ ਕਹਿੰਦੇ ਆ ਹਾਈ ਕਮਾਨ ਦਾ ਫੈਸਲਾ। ਹਰਦੀਪ ਸਿੰਘ ਕਿੰਗਰਾ, ਇਹਦੇ ਦੋ ਮਤਲਬ ਕੱਢੇ ਜਾ ਸਕਦੇ ਆ, ਬਾਕੀ ਤੁਸੀਂ ਸਾਨੂੰ ਕਰੈਕਟ ਕਰ ਦਿਓ। ਇੱਕ ਤਾਂ ਇਹ ਮਤਲਬ ਕੱਢਿਆ ਜਾ ਸਕਦਾ ਹਾਈ ਕਮਾਨ ਨੇ ਮੇਰੀ ਨਹੀਂ ਸੁਣੀ, ਦੂਜਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਸੀਐਮ ਮੇਰੀ ਚੁਆਇਸ ਦਾ ਨਹੀਂ ਹੈਗਾ, ਮੈਂ ਤਾਂ ਖੁਦ ਬਣਨਾ ਚਾਹੁੰਦਾ ਸੀ। ਹਰਦੀਪ ਸਿੰਘ ਕਿੰਗਰਾ, ਤੁਹਾਡਾ ਟੇਕ। ਇਹ ਦੋਵੇਂ ਸਵਾਲ ਠੀਕ ਨਹੀਂ ਹੈ, ਦੋਵੇਂ ਹੀ ਗੱਲਾਂ ਮੈਨੂੰ ਲੱਗਦਾ ਸੀਗਾ ਮੇਰੇ ਸਵਾਲ ਗਲਤ ਹੋਣਗੇ। ਤੁਸੀਂ ਸਹੀ ਸਵਾਲ ਦੱਸ ਦਿਓ ਸਰ, ਅਸੀਂ ਕਿਹੜਾ ਪੁੱਛੀਏ ਇਹਦੇ ਤੇ। ਮੈਂ ਤੁਹਾਨੂੰ ਇਹ ਦੱਸਦਾ, ਜੇ ਤੁਸੀਂ ਪ੍ਰਕਿਰਿਆ ਵੇਖੋ ਜਿਹੜੇ ਚੁਣੇ ਗਏ ਹੈ ਤਾਂ ਉਹ ਪ੍ਰਕਿਰਿਆ ਜਿਹੜੀ ਆ ਉਹ ਫਾਲੋ ਕੀਤੀ ਗਈ ਹੈ। ਜੇ ਤੁਸੀਂ ਸੰਵਿਧਾਨ ਦੇ ਮੁਤਾਬਕ ਚੱਲੋ ਤਾਂ ਚੁਣੇ ਹੋਏ ਐਮਐਲਏ ਜਿਹੜੇ ਆ ਉਹ ਫੈਸਲਾ ਕਰਦੇ ਆ ਕਿ ਕੌਣ ਜਿਹੜਾ ਲੈਜਿਸਲੇਚਰ ਪਾਰਟੀ ਦਾ ਲੀਡਰ ਹੋਏਗਾ। ਚਲੋ ਕਿੰਗਰਾ ਸਾਹਿਬ, ਤੁਸੀਂ ਬੜੇ ਸਿਆਣੇ ਹੋ ਕਿੰਗਰਾ ਸਾਹਿਬ, ਮੈਂ ਤੁਹਾਡੀ ਗੱਲ ਨਾਲ ਅੱਗੇ ਵਧੂੰਗਾ ਸਰ। ਕਿੰਗਰਾ ਸਾਹਿਬ, ਮੈਂ ਤੁਹਾਡੀ ਗੱਲ ਨਾਲ ਅੱਗੇ ਵਧੂੰਗਾ। ਉਸ ਚੁਣੇ ਹੋਏ ਵਿਧਾਇਕਾਂ ਨੇ ਸਰ, ਇੱਕ ਮਿੰਟ ਸਰ ਕਿੰਗਰਾ ਸਾਹਿਬ, ਤੁਹਾਡੀ ਗੱਲ ਨਾਲ ਅੱਗੇ ਵਧ ਰਹੇ ਆ। ਉਹ ਚੁਣੇ ਹੋਏ ਵਿਧਾਇਕਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਮਿਸਟਰ ਜਾਖੜ ਦੇ ਹੱਕ 'ਚ ਪਾਈਆਂ ਸੀ ਸਰ। ਕਿੰਗਰਾ ਸਾਹਿਬ, ਮੈਂ ਤੁਹਾਨੂੰ ਦੱਸਦਾ, ਜਦੋਂ ਕੋਈ ਨੈਸ਼ਨਲ ਪਾਰਟੀ ਹੁੰਦੀ ਹੈ ਉਹਦੇ 'ਚ ਚੁਣੇ ਹੋਏ ਵਿਧਾਇਕ ਇੱਕ ਫੈਸਲਾ ਕਰਦੇ ਆ, ਉਸ ਤੋਂ ਬਾਅਦ ਉਸ ਨੈਸ਼ਨਲ ਪਾਰਟੀ ਦੀ ਹਾਈ ਕਮਾਂਡ ਜਿਹੜੀ ਆ ਉਹ ਫੈਸਲਾ ਕਰਦੀ ਹੈ ਕਿ ਕੌਣ ਲੀਡਰ ਬਣੇਗਾ। ਆ ਤੁਹਾਡੇ ਸਾਹਮਣੇ ਬੈਠੇ ਆ ਮੇਰੇ ਵੀਰ ਆਹ ਚਾਂਦੀ ਜੀ, ਇਹਨਾਂ ਦੀ ਪਾਰਟੀ ਹੁਣ ਇੱਥੇ ਪੰਜਾਬ 'ਚ ਅਨਾਉਂਸ ਕਰ ਦੇਗਾ ਸਾਡਾ ਸੀਐਮ ਦਾ ਚਿਹਰਾ। ਆਪਣੇ ਸੁਪਰੀਮੋ ਤੋਂ ਕਿਉਂ ਪੁੱਛਣ ਤੁਰੇ ਜਾਂਦੇ ਆ? ਕਿਉਂਕਿ ਇਹਨਾਂ ਦੀ ਪਾਰਟੀ ਵੀ ਨੈਸ਼ਨਲ ਲੈਵਲ ਦੀ ਪਾਰਟੀ ਹੈ, ਪੰਜਾਬ ਲੈਵਲ ਦੀ ਪਾਰਟੀ ਨਹੀਂ ਹੈ। ਇਸ ਕਰਕੇ ਉਹਦਾ ਸੁਪਰੀਮੋ ਹੀ ਅਨਾਉਂਸ ਕਰੂਗਾ ਕਿ ਪੰਜਾਬ ਦਾ ਸੀਐਮ ਕੌਣ ਹੋਊਗਾ। ਕਿੰਗਰਾ ਸਾਹਿਬ ਅਸੀਂ ਉਹ ਰਿਪੋਰਟ ਕੀਤਾ ਸਰ ਸਾਰਾ ਕੁਝ। ਇੱਕ ਮਿੰਟ ਸਰ ਕਿੰਗਰਾ ਸਾਹਿਬ ਅਸੀਂ ਉਹ ਰਿਪੋਰਟਿੰਗ ਕੀਤੀ ਹੈ ਸਾਰੀ। ਕਿੰਗਰਾ ਸਾਹਿਬ, ਅਖੀਰ ਤੱਕ ਨਾਮ ਮਿਸਟਰ ਰੰਧਾਵਾ ਦਾ ਅੱਗੇ ਆ ਗਿਆ ਸੀਗਾ 5 ਤੋਂ 6 ਦੇ ਵਿਚਾਲੇ ਸਰ, 1 ਘੰਟੇ ਦੇ ਵਿੱਚ। ਚਾਹੇ ਤੁਸੀਂ ਉਹਨੂੰ 4 ਤੋਂ 5.5 ਦਾ ਗੈਪ ਮੰਨ ਲਓ, ਚਾਹੇ ਉਹਨੂੰ 4 ਤੋਂ 6 ਦਾ ਗੈਪ ਮੰਨ ਲਓ ਸਰ, ਉਸ 1-2 ਘੰਟਿਆਂ ਦੇ ਵਿੱਚ ਮਿਸਟਰ, ਇੱਕ ਮਿੰਟ ਸਰ ਸੁਣ ਤਾਂ ਲਓ ਕਿੰਗਰਾ ਸਾਹਿਬ, ਮਿਸਟਰ ਚੰਨੀ ਦਾ ਨਾਮ ਅੱਗੇ ਆ ਜਾਂਦਾ। ਉਹ ਸਾਰੇ ਵਿਧਾਇਕਾਂ ਨੂੰ ਫਟਾਫਟ ਫੋਨ ਕਰ ਲਏ ਗਏ ਸੀਗੇ ਵੀ ਹਾਂ ਭਾਈ ਮਿਸਟਰ ਚੰਨੀ ਠੀਕ ਹੈ, ਮਿਸਟਰ ਚੰਨੀ ਠੀਕ ਹੈ। ਕੇਪੀ, ਤੁਸੀਂ ਪ੍ਰਕਿਰਿਆ ਦਾ ਵਿਸ਼ਲੇਸ਼ਣ ਕਰ ਰਹੇ ਹੋ, ਮੈਂ ਫੈਸਲੇ ਦਾ ਵਿਸ਼ਲੇਸ਼ਣ ਕਰ ਰਿਹਾ, ਇੰਨਾ ਫਰਕ ਹੈ। ਨਹੀਂ ਸਰ, ਫਿਰ ਦੱਸ ਦਿਓ ਨਾ ਸਰ, ਕਿੰਗਰਾ ਸਾਹਿਬ ਇਹ ਦੱਸ ਦਿਓ ਨਾ, ਕਿੰਗਰਾ ਸਾਹਿਬ ਦੱਸ ਦਿਓ ਨਾ। ਮੈਂ ਸਰ ਉਹੀ ਤਾਂ ਪੁੱਛ ਰਿਹਾ, ਪ੍ਰਕਿਰਿਆ ਕੀ ਸੀਗਾ ਜਾਂ ਫੈਸਲਾ ਥੋਪਿਆ ਗਿਆ? ਮੈਂ ਤੁਹਾਨੂੰ ਦੱਸ ਦਾਂਗਾ। ਇੱਕ ਫਾਈਲ ਚੱਲਦੀ ਹੈ ਡੀਸੀ ਆਫਿਸ ਤੋਂ, ਉਹ ਚੀਫ ਸੈਕਟਰੀ ਤੋਂ ਹੋ ਕੇ ਸੀਐਮ ਤੱਕ ਜਾਂਦੀ ਹੈ, ਨੋਟਿੰਗ ਹੁੰਦੀ ਹੈ 100 ਬੰਦਿਆਂ ਦੀ ਵਿੱਚ, ਫੈਸਲਾ ਸੀਐਮ ਸਾਹਿਬ ਦਾ ਹੁੰਦਾ ਹੈਗਾ। ਤੁਸੀਂ ਨੋਟਿੰਗ ਦੀ ਗੱਲ ਕਰੀ ਜਾਂਦੇ ਹੋ, ਫਲਾਣੇ ਨੇ ਆਹ ਲਿਖਤਾ, ਟਿਮਕੇ ਨੇ ਆਹ ਲਿਖਤਾ, ਉਹਨੇ ਆਹ ਲਿਖਤਾ, ਉਹਨੇ ਆਹ ਲਿਖਤਾ। ਬਈ ਅਲਟੀਮੇਟ ਦਾ ਫੈਸਲਾ ਹੁੰਦਾ ਹੈਗਾ, ਉਹ ਨੋਟਿੰਗ ਦਾ ਤਾਂ ਕੋਈ ਮੈਨੇ ਹੀ ਨਹੀਂ ਹੈ। ਕਿੰਗਰਾ ਸਾਹਿਬ ਥੋੜਾ ਕਰੈਕਟ ਕਰ ਦਿਓ ਮੈਨੂੰ ਸਰ, ਥੋੜਾ ਕਰੈਕਟ ਕਰ ਦਿਓ। ਤੁਸੀਂ ਬਹੁਤ ਵਧੀਆ ਗੱਲ ਕੀ, ਨੋਟਿੰਗ ਤੇ ਫੈਸਲਾ
ਇਹਦਾ ਮਤਲਬ ਨੋਟਿੰਗ ਵਿੱਚ ਕੋਈ ਹੋਰ ਲੋਕ ਅੱਗੇ ਸੀ, ਫੈਸਲੇ ਵਿੱਚ ਮਿਸਟਰ ਚੰਨੀ ਸੀ ਤੇ ਸਿੱਧੂ ਸਾਹਿਬ ਨਾਰਾਜ਼ ਹੋ ਗਏ ਫਿਰ। ਆ ਤੁਹਾਡੇ ਸਾਹਮਣੇ ਲੀਡਰ ਆਫ ਆਪੋਜੀਸ਼ਨ ਆਮ ਆਦਮੀ ਪਾਰਟੀ ਦਾ ਕਦੇ ਕੋਈ ਹੋਰ ਹੁੰਦਾ ਚਲੋ। ਤੇ ਉਹ ਮੁੜ ਕੇ ਉੱਤੋਂ ਸੁਪਰੀਮੋ ਸਾਹਿਬ ਕਿਸੇ ਹੋਰ ਨੂੰ ਥੋਪ ਦਿੰਦੇ ਆ। ਠੀਕ ਹੈ। ਮਿਸਟਰ ਚਾਂਦੀ ਇਹ ਜਿਹੜੀਆਂ ਪਾਰਟੀਆਂ ਪੰਜਾਬੀ ਜਿਹੜੀਆਂ ਸੂਬੇ ਦੀਆਂ, ਹਾਂ ਅਕਾਲੀ ਦਲ ਇਹ ਕੀ ਜਾਣਨ, ਚਲੋ ਇਹ ਕੀ ਜਾਣਨ ਵੀ ਇਹ ਫੈਸਲੇ ਕਿਵੇਂ ਹੁੰਦੇ ਆ। ਠੀਕ। ਇਹ ਤਾਂ ਸੁਪਰੀਮੋ ਵੀ ਉਹੀ ਹੈ ਤੇ ਫੈਸਲਾ ਵੀ ਉਹੀ, ਨੋਟਿੰਗ ਵੀ ਉਹੀ, ਚਲੋ, ਇੱਕੋ ਨੋਟਿੰਗ ਚੱਲਣੀ ਹੈ ਇਹਨਾਂ ਦੀ। ਚਲੋ, ਮੈਂ ਵਾਪਸ- ਮਾਰਿਆ ਗੱਲ ਉੱਥੇ, ਚਲੋ ਅਨਾਉਂਸ ਕਰਤਾ ਮੈਂ ਵਾਪਸ ਆ ਰਿਹਾ। ਮਿਸਟਰ ਚਾਂਦੀ ਨਾ ਕਿਸੇ ਨੂੰ ਪੁੱਛਣਾ, ਠੀਕ ਹੈ। ਮਿਸਟਰ ਚਾਂਦੀ ਆਪ ਫੈਸਲਾ ਕਰਨਾ, ਠੀਕ। ਕੋਈ ਨੋਟਿੰਗ ਨਹੀਂ ਚਲਾਉਣੀ। ਮਿਸਟਰ ਚਾਂਦੀ, ਸਿੱਧੂ ਸਾਹਿਬ ਮੁੱਦਿਆਂ ਦੀ ਗੱਲ ਕਰਦੇ ਆ ਜਾਂ ਮੁੱਖ ਮੰਤਰੀ ਦੇ ਅਹੁਦੇ ਦੀ ਗੱਲ ਕਰਦੇ ਆ? ਦੇਖੋ ਜਿਸ ਤਰ੍ਹਾਂ ਉਹ ਚੱਲ ਰਹੇ ਆ, ਜਿਸ ਤਰ੍ਹਾਂ ਪਿਛਲੇ 4 ਮਹੀਨੇ ਤੋਂ ਕਾਂਗਰਸ ਦੇ ਅੰਦਰ ਚੱਲ ਰਿਹਾ ਹੈ, ਸਾਨੂੰ ਇਹ ਲੱਗਦਾ ਕਿ ਉਹ ਪੰਜਾਬ ਦੇ ਹਿੱਤਾਂ ਨੂੰ ਵੀ ਮੂਹਰੇ ਰੱਖਣਾ ਚਾਹੁੰਦੇ ਨੇ ਔਰ ਕੁਰਸੀ ਦੀ ਵੀ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਅੱਖ ਹੈ ਵੀ ਕਿਤੇ ਨਾ ਕਿਤੇ ਮੈਂ ਚੀਫ ਮਿਨਿਸਟਰ ਦੀ ਜੇ ਕੁਰਸੀ ਤੇ ਪਹੁੰਚਦਾ ਤਾਂ ਕਿਤੇ ਜਾ ਕੇ ਮੈਂ ਆਪਣੇ ਕਾਮਯਾਬ। ਬਿਨਾਂ ਚੀਫ ਮਿਨਿਸਟਰ ਦੀ ਕੁਰਸੀ ਤੋਂ ਚਾਂਦੀ ਸਾਹਿਬ ਗੱਲ ਨਹੀਂ ਬਣਨੀ। ਤੁਹਾਡਾ ਸੁਪਰੀਮੋ ਵੀ ਤਾਂ ਹੀ ਮੁੱਖ ਮੰਤਰੀ ਦੀ ਕੁਰਸੀ ਚਾਹੁੰਦਾ ਸੀ ਪੰਜਾਬ ਦੀ, ਉਹ ਤਾਂ ਹੀ ਚਾਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ। ਕਿੰਗਰਾ ਸਾਹਿਬ ਠੀਕ। ਤੁਹਾਡਾ ਸੁਪਰੀਮੋ ਪੰਜਾਬ ਦਾ ਮੁੱਖ ਮੰਤਰੀ ਜਾਣਨਾ ਚਾਹੁੰਦਾ ਸੀ, ਮੈਂ ਗਵਾਹ ਇਸ ਚੀਜ਼ ਦਾ। ਚਲੋ ਹਾਂ, ਚਲੋ ਕਿੰਗਰਾ ਸਾਹਿਬ ਠੀਕ ਹੈ। ਹਾਂ ਮਿਸਟਰ ਚਾਂਦੀ ਬੋਲੋ। ਏਪੀ ਜੀ ਗੱਲ ਇਸ ਤਰ੍ਹਾਂ ਹੈ, ਇਹ ਜਿਹੜਾ ਕੁਝ ਸਾਰਾ ਕੁਝ ਚੀਫ ਮਿਨਿਸਟਰੀ ਦੀ ਕੁਰਸੀ ਵੇਲੇ ਰਚਿਆ ਗਿਆ ਹੈ, ਇਹ ਸਾਰਾ ਕੁਝ 2022 ਦੀ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਕਿ ਅਸੀਂ ਪੰਜਾਬ ਦੀਆਂ ਹੁਣ ਵੋਟਾਂ ਕਿਸ ਤਰ੍ਹਾਂ ਲੈਣੀਆਂ ਨੇ, ਕਿਉਂਕਿ ਜੇ ਅਸੀਂ ਵਿਕਾਸ ਦੇ ਨਾਂ ਤੇ ਕੰਮਾਂ ਦੇ ਨਾਂ ਤੇ ਵੋਟ ਲੈਣ ਚਲੇ ਗਏ ਤਾਂ ਸਾਨੂੰ ਕੁਝ ਨਹੀਂ ਮਿਲਣਾ। ਇਸ ਕਰਕੇ ਪੰਜਾਬ ਦੀ ਕਾਂਗਰਸ ਨੇ ਸਾਰਾ ਕੁਝ ਇਤਿਹਾਸ ਤੇ ਜਿਹੜਾ ਰਚਿਆ ਆਪਣੀ ਪਾਰਟੀ ਦੇ ਅੰਦਰ ਸਿਰਫ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ। ਮੈਂ ਇੱਕ ਸੈਕਿੰਡ ਲਾਉਂਗਾ ਜੀ, ਬੋਲਿਓ ਨਾ ਪਲੀਜ਼। ਦੇਖੋ ਅੱਜ ਚੰਨੀ ਸਾਹਿਬ ਨੇ ਪੈਟਰੋਲ ਤੇ ਡੀਜ਼ਲ ਦਾ ਵੈਟ ਘਟਾਇਆ। ਇੱਕ ਮੁੱਦਾ ਮੇਰਾ ਇਹ ਹੈ, ਮੈਂ ਨਹੀਂ ਕਹਿੰਦਾ ਵੀ ਡਿਸੀਜਨ ਗਲਤ ਹੈ, ਚਲੋ ਚੰਗਾ ਕੀਤਾ ਪੰਜਾਬ ਲਈ, ਵਧੀਆ ਥੋੜੀ ਰਾਹਤ ਮਿਲੂਗੀ ਗਰੀਬਾਂ ਨੂੰ, ਲੇਕਿਨ ਅੱਜ ਜੇ ਸਰਕਾਰਾਂ ਕਰ ਸਕਦੀਆਂ ਨੇ ਤਾਂ ਪਹਿਲਾਂ ਪਿਛਲੀਆਂ ਸਰਕਾਰਾਂ ਕਿਉਂ ਨਹੀਂ? ਜੇ ਅੱਜ ਇਹ ਹੋ ਸਕਦਾ ਤਾਂ ਪਹਿਲਾਂ ਕੀ? ਚਲੋ ਠੀਕ ਹੈ। ਛੋਟਾ ਜਵਾਬ ਹੈ। ਠੀਕ ਹੈ, ਮੈਂ ਆ ਰਿਹਾ। ਮਿਸਟਰ ਕਿੰਗਰਾ ਆ ਰਿਹਾ। ਮੈਂ ਧਾਰਨੀ ਸਾਹਿਬ, ਜਿਹੜਾ ਸਵਾਲ ਆਮ ਆਦਮੀ ਪਾਰਟੀ ਖੜਾ ਕਰਦੀ ਪਈ ਹੈ ਪੈਟਰੋਲ ਡੀਜ਼ਲ ਵਾਲਾ, ਉਹ ਕਹਿੰਦੇ ਜੀ ਅੱਜ ਸਰਕਾਰਾਂ ਕਰ ਸਕਦੀਆਂ, ਪਹਿਲਾਂ ਕਿਉਂ ਨਹੀਂ? ਮਿਸਟਰ ਸਿੱਧੂ ਨੇ ਇਹ ਸਵਾਲ ਕੀਤਾ ਹੈ ਕਿ ਕੀ 5 ਸਾਲ ਅਸੀਂ ਇਹ ਪ੍ਰਕਿਰਿਆ ਜਾਰੀ ਰੱਖ ਸਕਦੇ ਹਾਂ? ਧਾਰਨੀ ਸਾਹਿਬ, ਤੁਹਾਨੂੰ ਲੱਗਦਾ ਕਿ ਜਿਹੜੀ ਰਾਹਤ ਹੁਣ ਦਿੱਤੀ ਹੈ, ਇਹ ਵੈਟ ਹੈ ਜਿਹੜਾ ਛੱਡਿਆ ਜਾ ਸਕਦਾ ਹੈ? ਧਾਰਨੀ ਸਾਹਿਬ ਦੇਖੋ, ਜੋ ਸਰਕਾਰ ਦਾ ਅੱਜ ਹਾਲਾਤ ਹੈਗੇ ਆ, ਦੇਖੋ ਇਹ ਲੜਾਈ ਸਿਰਫ ਜਦੋਂ ਘਰ ਦੇ ਵਿੱਚ ਪੈਸਾ ਨਾ ਹੋਵੇ ਉਦੋਂ ਹੀ ਇਹ ਸਾਰੀਆਂ ਲੜਾਈਆਂ ਹੋਇਆ ਕਰਦੀਆਂ। ਦੇਖੋ ਮੁੱਦੇ ਪੰਜਾਬ ਦੇ ਕੁਝ ਹੋਰ ਹੈਗੇ ਆ। ਮੁੱਦੇ ਜਦੋਂ ਸਿੱਧੂ ਸਾਹਿਬ ਪਹਿਲਾਂ ਕਰਪਟ ਐਮਐਲਏਆਂ ਦੇ ਵੀ ਚੱਕਦੇ ਸੀ, ਉਹਨਾਂ ਦੇ ਉੱਤੇ ਉਹਨਾਂ ਦਾ ਫੁੱਲ ਸਟਾਪ ਹੈ। ਮੈਂ ਪੁੱਛਦਾ ਹਾਂ ਕਿ ਡੀਜੀਪੀ ਜਾਂ ਐਡਵੋਕੇਟ ਜਨਰਲ ਨੇ ਤਾਂ ਸ਼ਿਕਾਇਤ ਅਸਤੀਫਾ ਦੇ ਹੀ ਦਿੱਤਾ, ਕਿ ਇਹਦੇ ਨਾਲ ਸਾਰੇ ਮੁੱਦੇ, ਜਾਂ ਉਹਨੇ ਅਸਤੀਫਾ ਹੀ ਦਿੱਤਾ, ਹੁਣ ਕਿਉਂ ਕਹੀ ਜਾਂਦੇ ਆ ਬਲੈਂਕਟ ਬਿੱਲ? ਤੁਸੀਂ ਹੁਣ ਜਿਹਨੂੰ ਲਾਉਣਾ ਉਹਨੂੰ ਲਾ ਲਿਓ। ਸਵਾਲ ਤਾਂ ਇਹ ਹੈਗਾ ਕਿ ਪੰਜਾਬ ਦੇ ਮੁੱਦੇ ਕੀ ਹੈਗੇ ਆ, ਇਹਦੇ ਚ ਪੰਜਾਬੀਆਂ ਨੂੰ ਕੀ ਮਿਲਣਾ ਹੈਗਾ। ਹੁਣ ਪੈਟਰੋਲ ਡੀਜ਼ਲ ਦੀ ਗੱਲ ਕਰ ਲਓ। ਮੈਂ ਇੱਕ ਗੱਲ ਦੱਸਦਾ ਜੀ ਤੁਹਾਨੂੰ ਕਿ ਡੀਜ਼ਲ ਦੀ ਕੀਮਤ ਨਾ ਘਟਾਈ ਹੈ, ਵਧਾਈ ਹੈ 5 ਰੁਪਏ, ਸੌਰੀ ਘਟਾਈ ਹੈ। ਮੈਂ ਕਹਿੰਦਾ ਕਿ ਇੱਕ ਟਰੈਕਟਰ ਜਿਹੜਾ ਹੈਗਾ 1 ਘੰਟੇ ਦੇ ਵਿੱਚ 6 ਲੀਟਰ ਡੀਜ਼ਲ ਪੀਂਦਾ ਹੈ, ਔਰ 6 ਲੀਟਰ ਦਾ ਤੁਸੀਂ ਧਾਰਨੀ ਸਾਹਿਬ ਮੈਂ ਸਮਝ ਗਿਆ ਸਰ। ਧਾਰਨੀ ਸਾਹਿਬ, ਤੁਸੀਂ ਵਪਾਰੀਆਂ ਦੀ ਗੱਲ, ਕਿਸਾਨਾਂ ਦੀ ਗੱਲ ਕਰਨਾ ਚਾਹ ਰਹੇ ਹੋ, ਮੈਂ ਸਰ ਇੰਡਸਟਰੀ ਦੀ ਗੱਲ ਕਰਨਾ ਚਾਹੁੰਦੇ ਹੋ। ਧਾਰਨੀ ਸਾਹਿਬ, ਮੈਨੂੰ ਇਹ ਤੁਸੀਂ ਦੱਸੋ, ਤੁਹਾਡੀ ਸਰਕਾਰ ਵੇਲੇ 10 ਸਾਲ ਦੇ ਵਿੱਚ ਤੁਸੀਂ ਵੈਟ ਕਿੰਨਾ ਰਿਡਿਊਸ ਕੀਤਾ ਸੀ ਸਰ? ਵੱਧ ਤੋਂ ਵੱਧ ਮੈਨੂੰ ਵੈਟ ਦੱਸ ਦਿਓ, ਕਿੰਨਾ ਰਿਡਿਊਸ ਕੀਤਾ ਸੀ ਹੁਣ ਤੱਕ ਕਰਦਾ? ਧਾਰਨੀ ਸਾਹਿਬ ਅੱਡੀ ਤਾਂ ਗੱਲ ਤੁਸੀਂ ਅੱਜ ਕੁਐਸਚਨ ਹੀ ਨਹੀਂ ਕਰ ਸਕਦੇ ਸਰ। ਕਿਉਂ ਨਹੀਂ ਕਰ ਸਕਦਾ ਸਰ? ਕਿਉਂ ਨਹੀਂ ਕਰ ਸਕਦਾ ਸਰ? ਤੁਸੀਂ ਵੈਟ ਕਿੰਨਾ ਰਿਡਿਊਸ ਕੀਤਾ ਸੀ ਸਰ? ਤੁਸੀਂ ਵੈਟ ਕਿੰਨਾ ਰਿਡਿਊਸ ਕੀਤਾ ਸੀ ਮੈਨੂੰ ਦੱਸੋ ਸਰ। ਅਸੀਂ ਤਾਂ ਬਾਹਰ ਬੈਠੇ ਆ ਸਰ ਤੁਸੀਂ 10 ਸਾਲ, ਇੱਕ ਮਿੰਟ ਸਰ, ਕੋਈ ਐਗਜ਼ਾਮਪਲ ਦੇ ਦਿਓ ਨਾ ਸਰ, ਐਗਜ਼ਾਮਪਲ ਦੇ ਦਿਓ। 2 ਰੁਪਏ, 3 ਰੁਪਏ, 4 ਰੁਪਏ, 5 ਰੁਪਏ, 6 ਰੁਪਏ, ਤੁਸੀਂ ਕੋਈ ਵੈਟ ਰਿਡਿਊਸ ਕੀਤਾ ਸੀ ਕਦੇ? ਸਾਡੇ ਟਾਈਮ ਦੇ ਵਿੱਚ ਇਹਨਾਂ ਰੇਟ ਹੀ ਨਹੀਂ ਸੀ। ਅੱਛਾ ਚਲੋ, ਦੇ ਵਿੱਚ ਇੰਨਾ ਰੇਟ ਹੀ ਨਹੀਂ ਸੀ। ਠੀਕ। ਔਰ ਰੇਟ ਹੈ ਜਿਹੜਾ ਇਹ ਬੀਜੇਪੀ ਦੀ ਸਰਕਾਰ ਨੇ ਔਰ ਇਹ ਕਾਂਗਰਸ ਨੇ ਵੈਟ ਵਧਾ ਕੇ ਜਿਹੜਾ ਹੈਗਾ ਉਰੇ ਤੱਕ ਕੀਤਾ ਹੈਗਾ। ਚਲੋ ਠੀਕ। ਸਵਾਲ ਦੇਖੋ, ਇੱਕ ਮੈਂ ਗੱਲ ਕਰਦਾ ਜੀ ਸਰ, ਕਦੇ ਸੈਂਟਰ ਤੋਂ ਪੁੱਛਦੇ ਹੋ? ਇੱਕ ਮਿੰਟ ਧਾਰਨੀ ਸਾਹਿਬ, ਤੁਸੀਂ ਕਦੇ ਸੈਂਟਰ ਤੋਂ ਪੁੱਛਦੇ ਹੋ ਕਿ ਐਕਸਾਈਜ਼ ਡਿਊਟੀ ਇੰਨੀ ਕਿਉਂ ਵਧਾਈ? ਪੁੱਛਿਆ ਕਦੇ ਸਰ ਤੁਸੀਂ? ਧਾਰਨੀ ਸਾਹਿਬ, ਸਰਕਾਰ ਵਿੱਚ ਰਹੇ ਹੋ ਇੰਨੇ ਸਾਲ ਤੁਸੀਂ। ਅਸੀਂ ਬਿਲਕੁਲ ਹਮੇਸ਼ਾ ਕਹਿੰਦੇ ਆ ਇਹ ਗੱਲ ਕਹਿੰਦੇ ਹੈਗੇ ਕਿ ਉੱਥੇ ਜਾ ਕੇ ਜਦੋਂ ਵੈਟ ਸਰ ਇੱਕ ਸਟੇਟਮੈਂਟ ਦੱਸ ਦਿਓ ਸਰ। ਧਾਰਨੀ ਸਾਹਿਬ ਇੱਕ ਮਿੰਟ, ਧਾਰਨੀ ਸਾਹਿਬ ਇੱਕ ਸਟੇਟਮੈਂਟ ਦੱਸ ਦਿਓ ਸਰ। ਤੁਸੀਂ ਸਰਕਾਰ ਵਿੱਚ ਰਹਿੰਦੇ ਹੋਏ ਬੀਜੇਪੀ ਦੇ ਨਾਲ ਭਾਈਵਾਲੀ ਦੇ ਵਿਚਾਲੇ ਤੁਸੀਂ ਕਦੇ ਕਿਹਾ ਹੋਵੇ ਐਕਸਾਈਜ਼ ਡਿਊਟੀ ਕਿਉਂ ਵਧ ਰਹੀ ਹੈ? ਧਾਰਨੀ ਸਾਹਿਬ ਇੱਕ ਸਟੇਟਮੈਂਟ ਤੁਹਾਡੀ ਸਰ।
ਇਹ ਕਹਿੰਦੇ ਆ ਕਿ ਐਕਸਾਈਜ਼ ਡਿਊਟੀ ਨੂੰ ਇਹਨੂੰ ਜਿਹੜਾ ਹੈਗਾ ਹੁਣ ਜੀਐਸਟੀ ਦੇ ਥੱਲੇ ਲਿਆਉਣਾ ਚਾਹੀਦਾ ਸਰ ਕਦੇ ਤੁਸੀਂ ਕਦੇ ਸਵਾਲ ਕੀਤਾ ਧਾਨੀ ਸਾਹਿਬ? ਮੈਂ ਤਾਂ ਸਿੰਪਲ ਸਵਾਲ ਕਰ ਰਿਹਾ ਧਾਨੀ ਸਾਹਿਬ। ਐਕਸਾਈਜ਼ ਡਿਊਟੀ ਦਾ ਕਦੇ ਅਕਾਲੀ ਦਲ ਨੇ ਸਵਾਲ ਪੁੱਛਿਆ ਸਰ? ਸਰਕਾਰ ਦੇ ਵਿੱਚ ਰਹਿੰਦੇ ਆ ਉਦੋਂ ਤੁਹਾਨੂੰ ਕਿਸਾਨ ਵਪਾਰੀ ਉਦੋਂ ਨਹੀਂ ਯਾਦ ਆਉਂਦੇ ਸੀ ਸਰ? ਇਹ ਸੈਂਟਰ ਔਰ ਸਟੇਟਾਂ ਦੀ ਕਮੇਟੀ ਬਣੀ ਹੋਈ ਹੈਗੀ ਆ, ਅਸੀਂ ਤਾਂ ਉਹਦੇ ਵਿੱਚ ਹੈ ਹੀ ਨਹੀਂ ਸੀ। ਚਲੋ ਠੀਕ ਹੈ ਧਾਨੀ ਸਾਹਿਬ, ਸਰੀਨ ਸਾਹਿਬ ਠੀਕ ਹੈ ਸਰ, ਵਾਪਸ ਆ ਰਿਹਾ ਸਰ, ਮੈਂ ਮੁੱਦੇ ਤੇ ਫੋਕਸ ਕਰੂੰਗਾ ਸਰ। ਸਰੀਨ ਸਾਹਿਬ, ਜੋ ਮਿਸਟਰ ਸਿੱਧੂ ਕਹਿ ਰਹੇ ਆ ਕਿ ਵੈਟ ਘਟਾਇਆ ਗਿਆ ਇੱਕ ਚੰਗਾ ਸੰਕੇਤ ਹੈ, ਪਰ ਨਾਲ ਹੀ ਉਹ ਸਵਾਲ ਖੜਾ ਕਰਦੇ ਪਿਆ 5 ਸਾਲ ਲਈ ਅਸੀਂ ਇਹ ਜਾਰੀ ਰੱਖ ਸਕਦੇ ਹਾਂ। ਸਰੀਨ ਸਾਹਿਬ, ਇਹ ਸਵਾਲ ਤੁਹਾਡੇ ਲਈ ਵੀ ਹੈ ਸਰ। ਜਿਸ ਤਰੀਕੇ ਨਾਲ ਤੁਸੀਂ ਇਸ ਨੂੰ ਜਦੋਂ ਉਹ ਜਿਹੜੀਆਂ ਬਾਈ ਇਲੈਕਸ਼ਨ ਦਾ ਰਿਜ਼ਲਟ ਆਉਂਦਾ ਉਸ ਤੋਂ ਬਾਅਦ ਹੀ ਤੁਹਾਨੂੰ ਝਟਕਾ ਲੱਗਦਾ, ਫਿਰ ਤੁਸੀਂ ਰੇਟ ਵੀ ਥੋੜਾ ਘਟਾਉਂਦੇ ਹੋ। ਸਾਡਾ ਮੀਡੀਆ ਉਹਨੂੰ ਤੋਹਫੇ ਵਜੋਂ ਪ੍ਰਚਾਰ ਦਾ, ਮੈਂ ਸਰ ਤੋਹਫਾ ਨਹੀਂ ਕਹਿੰਦਾ ਉਹਨੂੰ, ਉਹ ਰਾਹਤ ਹੈ, ਇੱਕ ਮਾਮੂਲੀ ਰਾਹਤ ਹੈ। ਬੋਲੋ ਸਰ। ਦੇਖੋ ਕੇਪੀ ਜੀ, ਸਿੱਧੂ ਸਾਹਿਬ ਨਾ ਜਦੋਂ ਕੋਈ ਸਮਝੌਤਾ ਟੁੱਟਦਾ ਹੈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਆ। ਪਹਿਲਾਂ ਦਿੱਲੀ ਦਾ ਟੁੱਟਿਆ, ਪ੍ਰੈਸ ਕਾਨਫਰੰਸ ਕੀਤੀ, ਹੁਣ ਕੇਦਾਰਨਾਥ ਗਏ ਸੀ, ਉਹ ਸਮਝੌਤਾ ਟੁੱਟਿਆ, ਪ੍ਰੈਸ ਕਾਨਫਰੰਸ। ਜਦੋਂ ਸੀਐਮ ਸਾਹਿਬ ਨਹੀਂ ਬੁਲਾਉਂਦੇ, ਮੈਨੂੰ ਇਹ ਲੱਗਦਾ ਕਿ ਸੀਐਮ ਸਾਹਿਬ ਤਾਂ ਬੁਲਾਉਂਦੇ ਨਹੀਂ ਇਹਨਾਂ ਨੂੰ, ਤੇ ਜਦੋਂ ਇਹ ਪ੍ਰੈਸ ਕਾਨਫਰੰਸ ਕਰਾਉਂਦੇ ਤੁਰੰਤ ਹਰੀਸ਼ ਚੌਧਰੀ ਜੀ ਆ ਜਾਂਦੇ, ਮੀਟਿੰਗ ਹੋਣ ਲੱਗ ਪੈਂਦੀ ਹੈ। ਮੈਨੂੰ ਇਹ ਲੱਗਦਾ ਹੈ ਕਿਤੇ ਨਾ ਕਿਤੇ ਆ ਕੇ ਸਵਾਰਥੀ ਨਿੱਜੀ ਸਵਾਰਥਾਂ ਦੀ ਲੜਾਈ ਅੱਜ ਪੰਜਾਬ ਦੀ ਰਾਜਨੀਤੀ ਦੇ ਉੱਤੇ ਹਾਵੀ ਹੋ ਗਈ ਹੈ, ਜਿਸ ਕਰਕੇ ਅੱਜ ਪੰਜਾਬ ਦੇ ਜਿਹੜੇ ਬੇਸਿਕ ਮੁੱਦੇ ਆ, ਦੇਖੋ ਕਾਂਗਰਸ ਨੇ ਤਾਂ ਗੱਲ ਕੀਤੀ ਸੀ ਘਰ ਘਰ ਨੌਕਰੀ ਦੇਵਾਂਗੇ, ਅੱਜ ਨੌਕਰੀ ਘਰ ਘਰ ਐਮਐਲਏ ਦੇ ਪਹੁੰਚ ਰਹੀ ਹੈ। ਅੱਜ ਰੰਧਾਵਾ ਸਾਹਿਬ ਦੇ ਉੱਥੇ ਘਰ ਪਹੁੰਚ ਗਈ, ਰਵਨੀਤ ਬਿੱਟੂ ਜੀ ਦੇ ਘਰ ਪਹੁੰਚੀ, ਕਾਂਗੜ ਸਾਹਿਬ ਦੇ ਪਹੁੰਚੀ, ਪਾਂਡੇ ਜੀ ਦੇ ਪਹੁੰਚੀ, ਆਪਣੇ ਬਾਜਵਾ ਸਾਹਿਬ ਦੇ ਪਹੁੰਚੀ। ਬੇਸਿਕਲੀ ਗੱਲ ਇਹ ਹੈ ਕਿ ਪੰਜਾਬ ਕਿੱਥੇ ਹੈ। ਮੈਂ ਤਾਂ ਤੁਹਾਨੂੰ ਇਹ ਵੀ ਬੇਨਤੀ ਕਰੂੰਗਾ, ਸਿੱਧੂ ਸਾਹਿਬ ਸਿਰਫ ਮੁੱਦਿਆਂ ਦੀ ਰਾਜਨੀਤੀ ਨਹੀਂ ਕਰਦੇ, ਮੈਂ ਦੀ ਰਾਜਨੀਤੀ ਕਰਦੇ ਪਏ ਆ। ਜਿਹੜਾ ਤਾਂ ਸੂਟੇਬਲ ਇਹਨਾਂ ਨੂੰ ਲੱਗਦਾ ਸਿਰਫ ਰੌਲਾ ਪਾ ਕੇ ਆਪਣਾ ਪਾਲਾ ਛੁਡਾਣੇ। ਅੱਜ ਉਹਨਾਂ ਨੇ ਕੱਪੜੇ ਦੀ ਗੱਲ ਕੀਤੀ, ਕੱਪੜਿਆਂ ਦੀ, ਇਹ ਬੜੀ ਸੋਚਣ ਵਾਲੀ ਗੱਲ ਆ। ਮੈਨੂੰ ਲੱਗਦਾ ਹੈ ਹੁਣ ਤੀਸਰੀ ਪਾਰਟੀ ਅਗਲੀ ਪਾਰਟੀ 'ਚ ਜਾਣ ਦੀ ਤਿਆਰੀ ਕਰਦੇ ਪਏ ਆ। ਚੰਨੀ ਸਾਹਿਬ ਨੇ ਵੀ ਇੱਕ ਕੇਜਰੀਵਾਲ ਸਾਹਿਬ ਦੇ ਕੱਪੜਿਆਂ ਦੀ ਗੱਲ ਕੀਤੀ ਸੀ, ਅੱਜ ਸਿੱਧੂ ਸਾਹਿਬ ਨੇ ਵੀ ਕੱਪੜੇ ਕੋਡ ਕਰ ਦਿੱਤੇ। ਮੈਨੂੰ ਲੱਗਦਾ ਹੁਣ ਨਵਾਂ ਘਰ ਤਰਾਸ਼ਦੇ ਪਏ ਆ ਸਿੱਧੂ ਸਾਹਿਬ। ਔਰ ਆਪਣੀ ਸਰਕਾਰ ਨੂੰ ਅੱਜ ਰਾਜਕੁਮਾਰ ਵੇਰਕਾ ਜੀ ਨੇ ਵੀ ਕਿਹਾ, ਦੇਖੋ ਸਰਕਾਰ ਔਰ ਪਾਰਟੀ ਦੇ ਵਿੱਚ ਅੰਤਰ ਹੁੰਦਾ ਹੈ, ਪਰ ਦੋਨਾਂ ਦੇ ਵਿੱਚ ਸਮਨਵੈ ਹੋਣਾ ਚਾਹੀਦਾ ਹੈ। ਜਿਹੜਾ ਸੜਕਾਂ ਉੱਤੇ ਨਾ ਆਵੇ, ਅੰਦਰ ਬੈਠ ਕੇ ਹੋਵੇ। ਉਹ ਸੋਨੀਆ ਗਾਂਧੀ ਜੀ ਵੀ ਕਹਿ ਚੁੱਕੇ ਆ ਪ੍ਰੈਸ ਕਾਨਫਰੰਸਾਂ ਨਾ ਕਰੋ, ਇਹ ਪ੍ਰੈਸ ਕਾਨਫਰੰਸਾਂ ਕਰ ਰਹੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਇੱਕ ਛੱਡ ਕੇ 100 ਕਰਨ, ਆਪਾਂ ਇੱਕੋ ਹੀ ਗੱਲ ਡਿਮਾਂਡ ਕਰਦੇ ਆ। ਇੱਕ ਮਿੰਟ ਕੇਪੀ ਜੀ, ਇਹ ਜਨਤਕ ਕਰਨ, ਨਸ਼ੇ ਦੇ ਸੂਚੀ, ਇਹ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ, ਇਹ ਪੰਜਾਬ ਦੀ ਗੱਲ ਕਰਨ, ਠੀਕ, ਹੋਰ ਨਾ ਕੋਈ ਗੱਲ ਕਰਨ। ਚਲੋ ਇਹ ਮੈਨੂੰ ਇੱਕ ਚੀਜ਼ ਦੱਸ ਦਿਓ ਸਰੀਨ ਸਾਹਿਬ, ਮਿਸਟਰ ਚੰਨੀ ਪੰਜਾਬ ਲਈ ਫਾਇਦੇਮੰਦ ਹੈ ਜਾਂ ਮਿਸਟਰ ਸਿੱਧੂ ਪੰਜਾਬ ਲਈ ਫਾਇਦੇਮੰਦ ਹੈ? ਮੈਨੂੰ ਤਾਂ ਲੱਗਦਾ ਦੋਨਾਂ ਨੇ ਬੇੜਾ ਡੋਬ ਦੇਣਾ। ਚਲੋ ਮੈਂ ਇੱਕ ਛੋਟਾ ਬ੍ਰੇਕ ਲਵਾਂ, ਬ੍ਰੇਕ ਤੋਂ ਬਾਅਦ ਵਾਪਸ ਆਊਂਗਾ। ਪੰਜਾਬ ਦੇ ਮੁੱਦਿਆਂ ਦੀ ਗੱਲ ਕਿੰਨੀ ਹੋ ਰਹੀ ਹੈ, ਮਿਸਟਰ ਕਿੰਗਰਾ ਤੋਂ ਇਹ ਸਾਰੇ ਸਵਾਲ ਅਸੀਂ ਲੈਣੇ ਲਾਜ਼ਮੀ ਹੈ, ਕਿਉਂਕਿ ਇਹ ਉਸ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ। ਪਰ ਸਿੱਧੂ ਸਾਹਿਬ ਦੇ ਨਿਸ਼ਾਨੇ ਤੇ ਸੀਐਮ ਕਿਉਂ ਰਹਿੰਦੇ ਆ? ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚੰਦ ਸਿੰਘ ਚਰਨੀ, ਤਿੰਨ ਤਸਵੀਰਾਂ ਤੁਸੀਂ ਦੇਖ ਰਹੇ ਹੋ। ਇਹ ਤਿੰਨਾਂ ਵਿਰੁੱਧ ਮੋਰਚਾ ਸਿੱਧੂ ਸਾਹਿਬ ਨੇ ਖੋਲ੍ਹਿਆ, ਪਰ ਸਿੱਧੂ ਸਾਹਿਬ ਦੀ ਲੜਾਈ ਮੁੱਦਿਆਂ ਦੀ ਹੈ ਜਾਂ ਮੁੱਖ ਮੰਤਰੀ ਦੀ ਹੈ? ਅਸੀਂ ਇਹ ਸਵਾਲ ਕੀਤਾ ਸੀ, ਪਰ ਬੀਜੇਪੀ ਕਹਿੰਦੀ ਹੈ ਮੈਂ ਦਾ ਵੀ ਮੁੱਦਾ ਹੈਗਾ। ਵਾਪਸ ਆ ਰਿਹਾ, ਮੁੱਦਿਆਂ ਤੇ ਮੁੱਖ ਮੰਤਰੀ ਚੋਣ ਨਵਜੋਤ ਸਿੰਘ ਸਿੱਧੂ ਦਾ ਅਸਲ ਏਜੰਡਾ ਕੀ ਹੈ? ਕਿੰਗਰਾ ਸਾਹਿਬ, ਐਸਟੀਐਫ ਦੀ ਰਿਪੋਰਟ ਸਿੱਧੂ ਸਾਹਿਬ ਕਹਿੰਦੇ ਆ ਕਿ ਸਰਕਾਰ ਦੇ ਸੈਕਟਰੀ ਨੇ ਬਣਾਈ ਆ ਤੇ ਉਹ ਜਨਤਕ ਕਰ ਦੇਣ, ਕੋਰਟ ਕਹਿ ਰਹੀ ਹੈ। ਇਹ ਸਿੱਧੂ ਸਾਹਿਬ ਦੇ ਬਿਆਨ ਹੈ ਕਿੰਗਰਾ ਸਾਹਿਬ, ਤੁਸੀਂ ਸੁਣਿਆ ਹੋਊਗਾ ਸਿੱਧੂ ਸਾਹਿਬ ਨੂੰ, ਉਹ ਗਲਤ ਕਹਿ ਰਹੇ ਆ ਕਿੰਗਰਾ ਸਾਹਿਬ ਜਾਂ ਸਹੀ ਕਹਿ ਰਹੇ? ਦੇਖੋ ਮੈਂ ਸੁਣਿਆ ਹੈਗਾ, ਪਹਿਲਾਂ ਤਾਂ ਮੈਂ ਦੋਨਾਂ ਆਪਣੇ ਵੀਰਾਂ ਦਾ ਜਵਾਬ ਦੇ ਦਿਆਂ। ਛੋਟਾ ਜਿਹਾ ਜਵਾਬ ਹੈ ਚਾਂਦੀ ਸਾਹਿਬ ਦਾ ਤੇ ਸਰੀਰ ਸਾਹਿਬ ਦਾ। ਚਾਂਦੀ ਸਾਹਿਬ ਦੇ ਜਿਹੜੇ ਸੁਪਰੀਮੋ ਹੈ ਉਹ ਬਾਰ-ਬਾਰ ਪੰਜਾਬ ਆ ਰਹੇ ਆ 2024 ਦੇ 올림픽 ਵਾਸਤੇ ਤੇ ਜਾਂ 2028 ਦੇ 올림픽 ਵਾਸਤੇ। ਉਹ 22 ਦੀਆਂ ਵੋਟਾਂ ਵਾਸਤੇ ਨਹੀਂ ਆ ਰਹੇ ਬਾਰ-ਬਾਰ ਪੰਜਾਬ। ਇਹ ਮੰਨ ਕੇ ਚੱਲੋ, ਇਹ ਤਾਂ ਕਾਂਗਰਸ ਪਾਰਟੀ ਹੈ ਜਿਹੜੀ 22 ਦੀ ਵੋਟਾਂ ਨੂੰ ਮੱਦੇਨਜ਼ਰ ਰੱਖ ਕੇ ਸਾਰਾ ਕੁਝ ਕਰ ਰਹੀ ਹੈ। ਜਿਹੜੀ ਆਮ ਆਦਮੀ ਪਾਰਟੀ ਹੈ ਇਹ ਤਾਂ 24 ਦੇ 올림픽 ਵਾਸਤੇ ਕਰ ਰਹੀ ਹੈ ਸਾਰਾ ਕੁਝ, 28 ਦੇ 올림픽 ਵਾਸਤੇ। ਇਸੇ ਤਰ੍ਹਾਂ ਜਿਹੜਾ ਤੇਲ ਦਾ ਭਾਅ ਘਟਾਇਆ, ਤੁਹਾਨੂੰ 24 ਤੇ 30 ਦੀ ਵੀ ਫਿਕਰ ਪੈ ਗਈ, 22 ਦੇ ਨਾਲ ਤੁਹਾਨੂੰ 22, 24 ਤੇ 28 ਦੀ ਵੀ ਫਿਕਰ ਪੈ ਗਈ ਸਰ। ਜਿਹੜੀ ਇਹਨਾਂ ਨੂੰ ਗੱਲ ਨਹੀਂ ਸਮਝ ਆਈ ਚਾਂਦੀ ਸਾਹਿਬ ਨੂੰ ਮੇਰੀ, ਜਿਹੜੀ ਸਰੀਨ ਸਾਹਿਬ ਦੀ ਪਾਰਟੀ ਹੈ ਇਹਨਾਂ ਨੇ ਤੇਲ ਦੇ ਭਾਅ ਵੀ 24 ਦੀ 올림픽 ਨੂੰ ਮੱਦੇਨਜ਼ਰ ਰੱਖਦੇ, ਜਿਹੜੇ ਆ 28 ਦੀ 올림픽 ਨੂੰ। ਚਲੋ ਆਪਾਂ ਵਾਪਸ ਆ ਜਾਈਏ ਸਰ, 올림픽 ਤੋਂ ਵਾਪਸ ਆ ਜਾਈਏ ਆਪਾਂ। ਕਿੰਗਰਾ ਸਾਹਿਬ ਵਾਪਸ ਆइए। एक मिनट मिस्टर सरीन एक मिनट आ जाइए, एक मिनट प्लीज, एक मिनट मिस्टर सरीन, एक मिनट प्लीज। देखो जी मैंने बोलने दो, मैं एक मिनट किंगरा साहब मैं ਤੁਹਾਨੂੰ ਸਵਾਲ ਕਰ ਰਿਹਾ। ਕਿੰਗਰਾ ਸਾਹਿਬ ਇੱਕ ਮਿੰਟ ਸਰ, ਸਵਾਲ ਸੁਣ ਲਓ ਸਰ। ਕਿੰਗਰਾ ਸਾਹਿਬ ਸਵਾਲ ਸੁਣ ਲਓ ਸਰ। ਸਰ ਤੁਸੀਂ ਦੋਨਾਂ ਧਿਰਾਂ ਨੂੰ ਜਵਾਬ ਦੇਤੇ ਆਪਦੇ। ਕਿੰਗਰਾ ਸਾਹਿਬ ਐਸਟੀਐਫ ਦੀ ਰਿਪੋਰਟ ਸਰਕਾਰ ਜਨਤਕ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ? ਸਿੱਧੂ ਸਾਹਿਬ ਨੇ ਸਵਾਲ ਕੀਤਾ ਸਰ, ਮੈਂ ਤਾਂ ਪੁੱਛ ਰਿਹਾ।
ਦੇਖੋ ਜੀ, ਮੇਰਾ ਇਹ ਕਹਿਣਾ ਹੈਗਾ ਕਿ ਐਸਟੀਐਫ ਦੀ ਰਿਪੋਰਟ ਜਿਹੜੀ ਹੈ ਉਹ ਉਸੇ ਦਿਨ ਹੀ ਜਨਤਕ ਹੋ ਜਾਣੀ ਚਾਹੀਦੀ ਸੀ ਜਿਸ ਦਿਨ ਉਹ ਰਿਪੋਰਟ ਦਿੱਤੀ ਸੀ। ਹਾਂ ਉਹ ਰਿਪੋਰਟ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਰਿਪੋਰਟ ਦੇ ਵਿੱਚ ਐਡਾ ਕੋਈ ਉਹ ਕਲਾਸੀਫਾਈਡ ਡਾਕੂਮੈਂਟ ਹੈ, ਮੈਂ ਨਹੀਂ ਮੰਨਦਾ ਕਿ ਉਹ ਕਲਾਸੀਫਾਈਡ ਡਾਕੂਮੈਂਟ ਹੈ। ਕਿੰਗਰਾ ਸਾਹਿਬ ਇਹਦਾ ਮਤਲਬ ਸਿੱਧੂ ਸਾਹਿਬ ਸਹੀ ਕਹਿ ਰਹੇ, ਚੰਨੀ ਸਾਹਿਬ ਗਲਤ। ਇੱਕ ਮਿੰਟ ਸਰ, ਸਿੱਧੂ ਸਾਹਿਬ ਸਹੀ ਕਹਿ ਰਹੇ, ਚੰਨੀ ਸਾਹਿਬ ਗਲਤ ਹੈ। ਕਿੰਗਰਾ ਸਾਹਿਬ ਦੇਖੋ ਮੇਰੀ ਗੱਲ ਸੁਣੋ, ਇੱਕ ਪਾਰਟੀ ਦੇ ਵਿੱਚ ਮੁੱਖ ਮੰਤਰੀ ਹੈ, ਇੱਕ ਪ੍ਰਧਾਨ ਹੈ। ਪ੍ਰਧਾਨ ਜਿਹੜਾ ਹੈ ਮੁੱਖ ਮੰਤਰੀ ਨੂੰ ਉਹਨੂੰ ਅਲਰਟ ਮੋਡ ਦੇ ਵਿੱਚ ਰੱਖ ਰਿਹਾਗਾ ਹਮੇਸ਼ਾ। ਇਹ ਚ ਮਾੜਾ ਕੀ ਹੈ? ਇਹ ਪਾਰਟੀਆਂ ਕੀ ਜਾਣਦੀਆਂ, ਜਿਹਦਾ ਸੁਪਰੀਮੋ ਵੀ ਹੋਈ ਤੇ ਮੁੱਖ ਮੰਤਰੀ ਵੀ ਹੋਈ। ਅੱਛਾ ਕਿੰਗਰਾ ਸਾਹਿਬ ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ। ਕਿੰਗਰਾ ਸਾਹਿਬ ਇੱਕ ਮਿੰਟ ਪਲੀਜ਼ ਸਰ, ਇੱਕ ਮਿੰਟ ਸਰ, ਸਵਾਲ ਲੈ ਲਓ ਨਾ ਅਗਲਾ। ਕਿੰਗਰਾ ਸਾਹਿਬ ਪ੍ਰਧਾਨ ਮੰਤਰੀ ਜੀ ਨੂੰ ਅਲਰਟ ਕਰ ਰਹੇ ਆ ਕਿਸਾਨਾਂ ਬਾਰੇ। ਚਲੋ ਕਿੰਗਰਾ ਸਾਹਿਬ ਇੱਕ ਸਵਾਲ ਹੋਰ ਲੈ ਲਓ। ਇੱਕ ਮਿੰਟ ਸਰ, ਬੋਲ ਕੇ ਵੇਖੋ। ਠੀਕ ਹੈ ਸਰ। ਕਿੰਗਰਾ ਸਾਹਿਬ ਇੱਕ ਸਵਾਲ ਹੋਰ ਲੈ ਲਓ। ਐਸਆਈਟੀ ਦੀ ਚਾਰਜਸ਼ੀਟ ਹੈ ਜਿਹੜੀ 6 ਮਹੀਨਾ 1 ਦਿਨ ਟੱਪ ਗਿਆ, ਕਿਉਂ ਨਹੀਂ ਪੇਸ਼ ਹੋਈ ਸਰ? ਉਹ ਦੇਖੋ ਯਾਰ, ਮੈਂ ਤੁਹਾਨੂੰ ਦੱਸਾਂ, ਇਹ ਪੰਜਾਬ ਦਾ ਭਲਾ ਜਿੱਥੇ ਤੁਸੀਂ ਕੰਪਲੇਸੈਂਸੀ ਲਿਆਓਗੇ ਨਾ, ਕਿਤੇ ਵੀ ਆਪਦੇ ਘਰ ਚ ਲਿਆਓਗੇ, ਆਪਦੀ ਸੁਸਾਇਟੀ ਚ ਲਿਆਓਗੇ, ਆਪਦੇ ਪਿੰਡ ਚ। ਗੁਰੂ ਨਾਨਕ ਸਾਹਿਬ ਵੀ ਕੰਪਲੇਸੈਂਸੀ ਲਿਆ ਸਕਦੇ ਸੀ, ਉਹ ਵੀ ਜਨੇਊ ਪਾ ਸਕਦੇ ਸੀ। ਕੰਪਲੀਸੈਂਟ ਹੋ ਸਕਦੇ, ਕੀ ਫਰਕ ਪੈਂਦਾ? ਧਾਗਾ ਪਾ ਲੈਣਾ ਮੈਂ। ਚਲੋ ਤੁਸੀਂ ਕੰਪਲੇਸੈਂਸੀ ਲਿਆਂਦੀ ਉੱਥੇ ਤੁਸੀਂ ਡਾਊਨ ਫਾਰ ਹੋ ਗਏ। ਇੱਕ ਮਿੰਟ, ਠੀਕ ਹੈ। ਸਰੀਨ ਸਾਹਿਬ ਇੱਕ ਮਿੰਟ ਮਿਸਟਰ ਕਿੰਗਰਾ ਸਰੀਨ ਸਾਹਿਬ ਇੱਕ ਮਿੰਟ ਪਲੀਜ਼। ਮੈਂ ਜਵਾਬ ਦੇ ਦੇਣਾ ਸਰ ਇਹਨਾਂ ਦਾ। ਇੱਕ ਮਿੰਟ। ਹਾਂ ਕਿੰਗਰਾ ਸਾਹਿਬ ਦਾ ਮੈਂ ਜਵਾਬ ਦੇ ਦੇਣਾ। ਰੁਕ ਜਾਓ, ਚਾਂਦੀ ਆ ਜਾਊਗਾ ਸਰ, ਮੈਨੂੰ ਪਤਾ ਤੁਹਾਡੇ ਕੋਲੇ ਹੋਣਾ, ਮੈਨੂੰ ਪਤਾ ਸਰ। ਸਰੀਨ ਸਾਹਿਬ ਮੈਂ ਜਿਹੜਾ ਸਵਾਲ ਤੁਹਾਨੂੰ ਕਰਨਾ ਚਾਹ ਰਿਹਾ, ਸਰੀਨ ਸਾਹਿਬ, ਮਿਸਟਰ ਕਿੰਗਰਾ ਇਹ ਡਿਫਾਈਨ ਨਹੀਂ ਕਰ ਪਾਏ ਕਿ ਚੰਨੀ ਸਾਹਿਬ ਸਹੀ ਹੈ ਜਾਂ ਸਿੱਧੂ ਸਾਹਿਬ ਸਹੀ ਹੈ। ਬੀਜੇਪੀ ਨੂੰ ਵੀ ਐਵੇਂ ਲੱਗਦਾ ਹੈ ਵੀ ਇਹ ਡਿਫਾਈਨ ਨਹੀਂ ਕਰ ਪਾ ਰਹੇ, ਜਾਂ ਬੀਜੇਪੀ ਨੂੰ ਐਵੇਂ ਲੱਗਦਾ ਹੈ ਕਿ ਦੋਨੋਂ ਹੀ ਗਲਤ ਹੈ? ਪੰਜਾਬ ਇਹਨਾਂ ਦੇ ਹੱਥ ਵਿੱਚ ਸੁਰੱਖਿਅਤ ਨਹੀਂ, ਬੀਜੇਪੀ ਦੇ ਹੱਥ ਵਿੱਚ ਸੁਰੱਖਿਅਤ ਹੈ। ਖਾਲੀ ਬੀਜੇਪੀ ਦੀ ਗੱਲ ਨਹੀਂ, ਅੱਜ ਪੰਜਾਬ ਦਾ ਬੱਚਾ ਕਹਿ ਰਿਹਾ ਦੋਨੋਂ ਹੀ ਫੇਲ ਹੈ। ਔਰ ਦੇਖੋ, ਮੁੱਖ ਮੰਤਰੀ ਆਪ ਕੰਮ ਨਹੀਂ ਕਰ ਪਾ ਰਿਹਾ, ਉਹਦਾ ਪ੍ਰਧਾਨ ਨੂੰ ਸੈਟੀਸਫਾਈਡ ਨਹੀਂ ਕਰ ਪਾ ਰਿਹਾ। ਜਿਹੜਾ ਆਪਣੇ ਪ੍ਰਧਾਨ ਨੂੰ ਸੈਟੀਸਫਾਈਡ ਨਹੀਂ ਕਰ ਪਾ ਰਿਹਾ, ਉਹ ਪੰਜਾਬ ਨੂੰ ਕੀ ਸੈਟੀਸਫਾਈਡ ਕਰੇਗਾ? ਔਰ ਇੱਕ ਜਿਹੜਾ ਪ੍ਰਧਾਨ ਆਪਣੀ ਸਰਕਾਰ ਤੋਂ ਸੈਟੀਸਫਾਈਡ ਨਹੀਂ ਹੈ, ਵਿੱਚ ਮੰਤਰੀ ਰਹਿ ਕੇ ਸੈਟੀਸਫਾਈਡ ਨਹੀਂ ਹੈ, ਪ੍ਰਧਾਨ ਬਣ ਕੇ ਸਰੀਨ ਸਾਹਿਬ ਸੈਟੀਸਫਾਈਡ ਨਹੀਂ ਹੈ, ਕਿਉਂ ਕਿੱਦਾਂ ਸੈਟੀਸਫਾਈਡ ਹੋਏਗਾ? ਸਾਹਿਬ ਕੋਈ ਮੋਰੈਲਿਟੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ, ਨੈਤਿਕਤਾ ਬਚੀ ਹੈ ਸਰ ਪੋਲੀਟੀਕਲ ਪਾਰਟੀਆਂ ਦੇ ਵਿੱਚ? ਸਿੱਧੂ ਸਾਹਿਬ ਨੈਤਿਕਤਾ ਦੀ ਗੱਲ ਕਰਦੇ ਪਏ, ਸਿੱਧੂ ਸਾਹਿਬ ਨੈਤਿਕ ਤੌਰ ਤੇ ਸਹੀ ਕਹਿ ਰਹੇ ਹੈ ਜਾਂ ਤੁਸੀਂ ਵਿਰੋਧ ਕਰਨ ਲਈ ਵਿਰੋਧ ਕਰਦੇ ਪਏ ਮਿਸਟਰ ਸਿੱਧੂ ਦਾ? ਦੇਖੋ, ਕੜਾ ਵਿਰੋਧ ਕੀਤਾ। ਅਸੀਂ ਤਾਂ ਇਹ ਕਹਿੰਦੇ ਭਾਈ ਖੋਲੋ ਐਸਟੀਐਫ ਦੀ ਰਿਪੋਰਟ, ਅਸੀਂ ਕਹਿੰਦੇ ਦਿਓ ਸਜ਼ਾ, ਅਸੀਂ ਕਦੋਂ ਰੋਕੇ? ਜਦੋਂ ਸਿੱਧੂ ਸਾਹਿਬ ਕਹਿੰਦੇ ਫਿਰ ਤੁਹਾਨੂੰ ਇਤਰਾਜ਼ ਕੀ ਹੈ? ਮੇਰਾ ਸਵਾਲ ਹੀ ਹੈ ਮਿਸਟਰ ਸਰੀਨ, ਮੇਰਾ ਸਵਾਲ ਹੀ ਹੈ। ਇੱਕ ਮਿੰਟ ਮਿਸਟਰ ਸਰੀਨ, ਇੱਕ ਮਿੰਟ ਸਰ, ਮਿਸਟਰ ਸਰੀਨ ਉਹ ਵੀ ਸਿੱਧੂ ਠੀਕ ਕਹਿੰਦਾ। ਇੱਕ ਮਿੰਟ ਮਿਸਟਰ ਸਰੀਨ, ਤੁਸੀਂ ਇਸ ਸਵਾਲ ਦਾ ਜਵਾਬ ਕਿਉਂ ਨਹੀਂ ਦੇ ਪਾ ਰਹੇ? ਇੱਕ ਮਿੰਟ ਸਰ, ਸੁਣ ਤਾਂ ਲਓ ਨਾ ਸਰੀਨ ਸਾਹਿਬ, ਤੁਹਾਨੂੰ ਦਿੱਕਤ ਕੀ ਹੈ ਕਿ ਮਿਸਟਰ ਸਿੱਧੂ ਦੇ ਹੱਕ ਵਿੱਚ ਤੁਸੀਂ ਖੜੇ ਹੋ ਜਾਓਗੇ? ਇਹ ਦਿੱਕਤ ਲੱਗਦੀ ਹੈ ਤੁਹਾਨੂੰ? ਤੁਸੀਂ ਮੁੱਦਿਆਂ ਦੇ ਹੱਕ ਵਿੱਚ ਖੜੇ ਹੋ ਨਾ, ਤੁਸੀਂ ਇਹ ਕਹੋ। ਇੱਕ ਮਿੰਟ ਸਰ, ਸੁਣ ਤਾਂ ਲਓ ਨਾ ਸਰੀਨ ਸਾਹਿਬ, ਵੀ ਸਿੱਧੂ ਸਾਹਿਬ ਨੇ ਜਿਹੜੇ ਮੁੱਦੇ ਚੁੱਕੇ ਆ ਅਸੀਂ ਉਹਦੇ ਨਾਲ ਸਹਿਮਤ ਹਾਂ, ਪਰ ਜਿਹੜੇ ਮੁੱਦੇ ਸਾਨੂੰ ਚੁੱਕਣੇ ਚਾਹੀਦੇ ਸਿੱਧੂ ਸਾਹਿਬ ਕਿਉਂ ਚੁੱਕਦੇ ਪਏ? ਤੁਹਾਡਾ ਇਤਰਾਜ਼ ਹੈ ਸਰੀਨ ਸਾਹਿਬ, ਬੋਲੋ। ਸਾਡਾ ਦੇਖੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਤਾਂ ਕਹਿੰਦੇ ਐਸਟੀਐਫ ਦੀ ਰਿਪੋਰਟ ਲਾਗੂ ਕਰੋ। ਅਸੀਂ ਕਿੱਦਣ ਕਿਹਾ ਨਸ਼ੇ ਦੇ ਲਈ? ਤੁਸੀਂ ਵਿਚਾਰੇ ਹੋ ਭਾਈ, ਜਲਾਲਪੁਰ ਨੂੰ ਤੁਸੀਂ ਤਸਕਰ ਕਹਿੰਦੇ ਸੀ, ਉਹ ਤੁਹਾਡੇ ਨਾਲ ਹੈ। ਰੇਤ ਮਾਫੀਆ ਰਾਣੇ ਗੁਰਜੀਤ ਨੂੰ ਤੁਸੀਂ ਕਹਿੰਦੇ ਸੀ, ਉਹ ਤੁਸੀਂ ਮੰਤਰੀ ਬਣਾਤਾ। ਜੇਕਰ ਮੈਂ ਇਹਦਾ ਹੱਲ ਇਹ ਸਮਝਦਾ ਹੈ, ਜੇ ਸਿੱਧੂ ਸਾਹਿਬ ਸੈਟੀਸਫਾਈਡ ਨਹੀਂ ਹੈ ਤਾਂ ਅਸਤੀਫਾ ਦੇ ਕੇ ਬਾਹਰ ਆ ਜਾਣ। ਕਦੀ ਡਰਾਮੇਬਾਜ਼ੀ ਦੇ ਦਿੰਦੇ ਆ, ਕਦੀ ਰੱਖ ਲੈਂਦੇ ਆ। ਸਿੱਧੂ ਸਾਹਿਬ ਨੂੰ ਪਤਾ ਹੀ ਨਹੀਂ ਲੱਗ ਪਾ ਰਿਹਾ ਉਹ ਕੀ ਕਰਨਾ ਚਾਹੁੰਦੇ ਆ। ਚਲੋ ਤੁਹਾਨੂੰ ਮਿਸਟਰ ਤੁਹਾਨੂੰ ਭਲਾ ਨਹੀਂ, ਆਪਣਾ ਭਲਾ ਚਾਹੁੰਦੇ ਆ। ਚਲੋ ਤੁਹਾਨੂੰ ਸੀਐਮ ਦਾ ਅਸਤੀਫਾ ਨਹੀਂ ਚਾਹੀਦਾ, ਸਿੱਧੂ ਸਾਹਿਬ ਦਾ ਅਸਤੀਫਾ ਚਾਹੀਦਾ ਸਰੀਨ ਸਾਹਿਬ? ਸਾਨੂੰ ਕਾਂਗਰਸ ਪਾਰਟੀ ਦੇ ਚੁਣਾਵਾਂ ਦਾ ਇੰਤਜ਼ਾਰ ਹੈ। ਪੰਜਾਬ ਨੇ ਵੈਸੇ ਹੀ ਖਤਮ ਕਰ ਦੇਣਾ ਇਹਨਾਂ ਲੋਕਾਂ ਨੇ। ਠੀਕ ਮਿਸਟਰ ਧਾਰਨੀ, ਲਾਸਟ ਕਮੈਂਟ ਤੁਹਾਡਾ ਚਾਹੀਦਾ। ਮਿਸਟਰ ਧਾਰਨੀ, ਮਿਸਟਰ ਸਿੱਧੂ ਦੇ ਨਿਸ਼ਾਨੇ ਤੇ ਸਾਰੇ ਸੀਐਮ ਕਿਉਂ ਆ? ਪ੍ਰਕਾਸ਼ ਸਿੰਘ ਬਾਦਲ ਵੀ, ਕੈਪਟਨ ਅਮਰਿੰਦਰ ਸਿੰਘ ਵੀ, ਹੁਣ ਮਿਸਟਰ ਚੰਨੀ ਵੀ। ਧਾਰੀ ਸਾਹਿਬ, ਤੁਹਾਨੂੰ ਕੀ ਲੱਗਦਾ? ਉਹਦੇ ਅਸੀਂ ਜਵਾਬ ਦੇ ਚੁੱਕੇ ਆ ਜੀ ਕਿ ਉਹ ਅਨਗਾਈਡਡ ਮਿਜ਼ਾਈਲ ਹੈਗੀ ਆ। ਹੁਣ ਉਹ ਨਵੀਂ ਮਿਜ਼ਾਈਲ ਜਿਹੜੀ ਹੈਗੀ ਆ ਉਹਨਾਂ ਦੀ ਤਿਆਰ ਕਰੀ ਵੀ, ਉਹ ਚੱਲਣ ਲਈ ਤਿਆਰ ਹੈਗੀ ਆ। ਉਹਦੇ ਚ ਪਰਖੱਟੇ ਜਿਹੜਾ ਤੁਸੀਂ ਬਾਰ-ਬਾਰ ਕੁਐਸਚਨ ਪੁੱਛ ਰਹੇ ਹੋ ਨਾ ਵੀ ਸਿੱਧੂ ਗਲਤ ਹੈ ਕਿ ਆਪਣਾ ਚੰਨੀ ਗਲਤ ਹੈ, ਮੈਂ ਤੁਹਾਨੂੰ ਇਹ ਕਹਿਣਾ ਇਹਦਾ ਜਵਾਬ ਇਹ ਹੈਗਾ ਕਿ ਕਾਂਗਰਸ ਗਲਤ ਹੈ। ਪੰਜਾਬ ਦੇ ਵਿੱਚ ਜੋ ਕਾਂਗਰਸ ਨੇ ਪਿਛਲੇ ਸਾਲਾਂ ਦੇ ਵਿੱਚ ਕੀਤਾ, ਜੋ 84 ਬੀਤੀ, ਜੋ ਉਹਨਾਂ ਨੇ ਇਹ 5 ਸਾਲਾਂ ਦੇ ਵਿੱਚ ਪੰਜਾਬ ਦਾ ਸੱਤਿਆਨਾਸ਼ ਕਰਿਆ, ਇਹ ਸਾਰੇ ਕਾਸੇ ਲਈ। ਚਾਹੇ ਤੁਸੀਂ ਬੇਅਦਬੀ ਦੇ ਮੁੱਦਿਆਂ ਦੀ ਗੱਲ ਕਰੋ, ਉਸ ਦੇ ਉੱਤੇ ਜਿੰਨੀ ਸਿਆਸਤ ਇਹਨਾਂ ਨੇ ਖੇਡੀ,
ਚਾਹੇ ਉਹਨਾਂ ਨੇ ਨਸ਼ਿਆਂ ਦੇ ਮੁੱਦੇ ਤੇ ਸਰ, ਇੱਕ ਕਹੋ ਮਿੰਟ। ਜਿੰਨੀ ਉਹਨਾਂ ਨੇ ਤਾਰੀ ਸਾਹਿਬ, ਤਾਰੀ ਸਾਹਿਬ, ਔਰ ਲੁੱਟ ਤਾਰੀ ਕੇ ਸਾਹਿਬ, ਇਹ ਸਾਰੇ ਪੰਜਾਬ ਤਾਰੀ ਸਾਹਿਬ, ਨੂੰ ਤੁਸੀਂ ਸਾਰੇ ਬਹੁਤ ਸਹੀ ਸਵਾਲ ਚੋਰ ਚੁੱਕੇ ਤਾਰੀ ਇਕੱਠੇ ਸਾਹਿਬ, ਕਰਕੇ। ਤੁਸੀਂ ਬਹੁਤ ਸਹੀ ਸਵਾਲ ਚੁੱਕੇ ਸਰ। ਇੱਕ ਸਟੇਟਮੈਂਟ ਮੈਨੂੰ ਸਰ ਤੁਹਾਡੀ ਚਾਹੀਦੀ ਹੈ ਤਾਰੀ ਸਾਹਿਬ, ਐਸਟੀਐਫ ਦੀ ਰਿਪੋਰਟ ਸਰਕਾਰ ਜਨਤਕ ਕਰ ਸਕਦੀ ਹੈ ਕਿ ਨਹੀਂ? ਸਿੱਧੂ ਸਾਹਿਬ ਨੇ ਪੁੱਛਿਆ। ਬਿਲਕੁਲ ਕਰੇ ਜੀ, ਸਾਨੂੰ ਕੀ ਡਰ ਹੈ? ਅੱਛਾ, ਨਹੀਂ ਕਰ ਸਕਦੀ ਕਿ ਨਹੀਂ ਕਰ ਸਕਦੀ ਸਰ, ਤਾਂ ਮੈਂ ਪੁੱਛਿਆ, ਤੁਸੀਂ ਐਵੇਂ ਡਰਨ ਡਰਨ ਵਾਲੀ ਗੱਲ ਕਰਨ ਲੱਗ ਪਏ। ਦੇਖੋ ਇਹ ਕੋਰਟ ਦੀਆਂ ਗੱਲਾਂ ਹੈਗੀਆਂ ਜੀ, ਜਿਹੜਾ ਮਸਲਾ ਸਬਜੂਡਾਈਸ ਹੋਵੇ ਉਸ ਦੇ ਉੱਤੇ ਮੈਨੂੰ ਕਿੰਤੂ ਪ੍ਰੰਤੂ ਕਰਨ ਦਾ ਵੈਸੇ ਹੱਕ ਨਹੀਂ ਬਣਦਾ ਚਲੋ ਤਾਰੀ ਸਾਹਿਬ, ਅਗਲਾ ਸਵਾਲ ਕਰ ਰਹੇ ਸਰ, ਅਗਲਾ ਸਵਾਲ ਕਰ ਰਹੇ ਸਰ, ਅਗਲਾ ਸਵਾਲ ਕਰ ਰਹੇ ਤਾਰੀ ਸਾਹਿਬ। ਕਾਨੂੰਨ ਨੂੰ ਮੈਂ ਕਿਹਾ ਕਦੇ ਕਾਨੂੰਨ ਨੂੰ ਅੰਨਾ ਸਿੱਧੂ ਸਾਹਿਬ ਦੱਸ ਸਕਦੇ ਆ, ਕਦੇ ਕਾਨੂੰਨ ਤੇ ਕੁਐਸਚਨ ਸਿੱਧੂ ਸਾਹਿਬ ਦੱਸ ਸਕਦੇ ਆ। ਤਾਨੀ ਸਾਹਿਬ, ਜਦੋਂ ਤੁਹਾਨੂੰ ਠੀਕ ਲੱਗਦਾ ਉਹ ਸਬ ਜੁਡਿਸ ਤੁਸੀਂ ਕਹਿ ਸਕਦੇ ਹੋ। ਤਾਨੀ ਸਾਹਿਬ 6 ਮਹੀਨਾ 1 ਦਿਨ ਟੱਪ ਗਿਆ, ਚਾਰਜ ਸ਼ੀਟ ਕਿਉਂ ਨਹੀਂ ਹੋਈ ਐਸਆਈਟੀ ਦੀ? ਇਹ ਵੀ ਸਬ ਜੁਡਿਸ ਮੈਟਰ ਹੈ, ਸਾਨੂੰ ਨਹੀਂ ਬੋਲਣਾ ਚਾਹੀਦਾ। ਅਸੀਂ ਕਰਨਾ ਹੈ ਜੀ, ਅਸੀਂ ਥੋੜੋ ਕਰਨਾ ਹੈ ਸਰ। ਤੁਹਾਡੀ ਇੱਕ ਸਟੇਟਮੈਂਟ ਆਈ ਹੈ, ਕਿਉਂ ਨਹੀਂ ਆ ਰਹੀ ਰਿਪੋਰਟ, ਚਾਰਜ ਸ਼ੀਟ ਕਿਉਂ ਨਹੀਂ ਹੋ ਰਹੀ? ਤੁਹਾਡੀ ਇੱਕ ਸਟੇਟਮੈਂਟ ਆਈ ਹੈ ਸਰ ਤਾਨੀ ਸਾਹਿਬ। ਕਿਉਂਕਿ ਪਹਿਲਾਂ ਜੋ ਸਵਾਲ ਆਈ ਵੀ ਅਸੀਂ ਤਾਂ ਸ਼ੁਰੂ ਤੋਂ ਸਾਡਾ ਸਵਾਲ ਇਹ ਹੈਗਾ ਕਿ ਸੁਪਰੀਮ ਕੋਰਟ ਦੇ ਜੱਜ ਦੀ ਪੈਰਵਾਈ ਦੇ ਥੱਲੇ ਜਿਹੜਾ ਹੈਗਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜਿਹੜਾ ਚੋਰ ਹੈਗਾ ਉਹਨੂੰ ਫੜ ਕੇ ਅੰਦਰ ਦੇ ਦਿਓ। ਅਸੀਂ ਤਾਂ ਮੋਰਲ ਤੌਰ ਤੇ ਵੀ ਕਹਿੰਦਾ ਵੀ ਜੇ ਅਸੀਂ ਕਰਾਈਆਂ ਹੋਣ ਤਾਂ ਕੱਖ ਨਾ ਰਹੇ। ਚਲੋ ਮੈਂ ਇੱਕ ਸਵਾਲ ਹੋਰ ਕਰ ਰਿਹਾ ਤਾਨੀ ਸਾਹਿਬ, ਇੱਕ ਲਾਸਟ ਸਵਾਲ, ਲਾਸਟ ਸਵਾਲ ਕਰ ਰਿਹਾ ਸਰ। ਮਿਸਟਰ ਸੈਣੀ ਨੂੰ ਬਲੈਂਕਟ ਬੇਲ ਦਿਵਾਉਣ ਵਾਲੇ ਕੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੇ? ਤੁਸੀਂ ਐਥੀਕਲ ਵਾਲਾ ਸਵਾਲ ਪਹਿਲਾਂ ਜਵਾਬ ਦਿੱਤਾ ਸੀਗਾ, ਪਰ ਜਿਹੜਾ ਸਵਾਲ ਬਾਰ-ਬਾਰ ਪੁੱਛਿਆ ਜਾ ਰਿਹਾ ਬਲੈਂਕਟ ਬੇਲ ਦਿਵਾਉਣ ਵਾਲਾ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ ਸਿੱਧੂ ਸਾਹਿਬ ਗਲਤ ਕਹਿ ਰਹੇ ਆ? ਹਾਂ, ਮੈਂ ਜਵਾਬ ਦਿੰਦਾ ਜੀ ਇਹਦਾ ਕਿ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਇੱਕੋ ਬੰਦਾ ਹੁੰਦਾ ਹੈ ਜੀ। ਉਸ ਆਫਿਸ ਦੇ ਵਿੱਚ 200 ਦੇ ਕਰੀਬ ਬੰਦੇ ਆ। ਅੱਜ ਉਹਨਾਂ ਨੇ ਰੰਧਾਵਾ ਸਾਹਿਬ ਦੇ ਜਿਹੜਾ ਜਵਾਈ ਨੂੰ ਲਾਇਆ ਹੈਗਾ, ਬਹੁਤ ਉਹਦੇ ਉੱਤੇ ਵੈਦ ਸਾਹਿਬ ਕਹਿ ਰਹੇ ਹੈਗੇ ਆ ਕਿ ਉਹ ਬਹੁਤ ਹੀ ਕਾਬਲ ਵਕੀਲ ਹੈਗੇ ਆ। ਫਿਰ ਜੇ ਹੋਰ ਕਾਬਲ ਹੈਗੇ ਕੀ ਕੱਲੇ ਜਿਹੜੇ ਮਿਸਟਰ ਦਿਓਲ ਹੀ ਕਾਬਲ ਹੈ? ਹੋਰ ਵਕੀਲਾਂ ਦੀ ਟੀਮ ਕੀ ਕੱਲਾ ਦਿਓਲ ਜਿਹੜਾ ਹੈਗਾ ਸਾਰੀ ਦੀ ਸਾਰੀਆਂ 35 ਕੋਰਟਾਂ ਦੇ ਵਿੱਚ ਕੱਲਾ ਦਿਓਲ ਹੀ ਜਾਊਗਾ? ਚਲੋ ਹੋਰ ਨਹੀਂ ਵਕੀਲ ਹੈਗੇ। ਤਾਨੀ ਸਾਹਿਬ ਮੁੱਖ ਮੰਤਰੀ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਨਹੀਂ ਜਾ ਸਕਦਾ ਸਰ। ਇਹ ਜਿਹੜਾ ਤੁਸੀਂ ਆਰਗੂਮੈਂਟ ਦੇ ਰਹੇ ਹੋ ਨਾ, ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ, ਅਤੁਲ ਨੰਦਾ ਤੇ ਮਿਸਟਰ ਦਿਓਲ ਚੋਂ ਕੌਣ ਕੰਪੀਟੈਂਟ ਹੈ? ਅਕਾਲੀ ਦਲ ਦਾ ਸਟੈਂਡ ਕੀ ਹੈ? ਪਰ ਦਿੱਲੀ ਮੈਂ ਦੱਸਦਾ, ਦਿੱਲੀ ਤੋਂ ਪੀ ਚਿਦੰਬਰਮ ਆ ਸਕਦਾ ਆਸੇ ਸਮਝੇ ਨਹੀਂ? ਮੈਂ ਇਹ ਗੱਲ ਤੇ ਮੇਰਾ ਪੱਖ ਨਹੀਂ ਹੈਗਾ ਸਰ। ਅਤੁਲ ਨੰਦਾ ਤੇ ਮਿਸਟਰ ਦਿਓਲ ਦੇ ਵਿੱਚੋਂ ਕੰਪੀਟੈਂਟ ਕੌਣ ਹੈ? ਤਾਨੀ ਸਾਹਿਬ ਜਵਾਬ ਦੇ ਦਿਓ ਨਾ। ਮੈਂ ਕਿਸੇ ਦੀ ਕੰਪੀਟੈਂਸੀ ਤੇ ਕੁਐਸਚਨ ਚਲੋ ਇਹਦਾ ਮਤਲਬ ਪੰਜਾਬ ਦੇ ਹਿੱਤਾਂ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੇ ਤਾਨੀ ਸਾਹਿਬ। ਇਹਦਾ ਮਤਲਬ ਪੰਜਾਬ ਦੇ ਹਿੱਤਾਂ ਨੂੰ ਪਾਸੇ ਰੱਖਿਆ ਹੋਇਆ ਤੁਸੀਂ, ਇਹਦਾ ਮਤਲਬ। ਇੱਕ ਮਿੰਟ, ਗਲਤ ਗੱਲ ਹੈ। ਇੱਕ ਕੇਸ ਦੇ ਵਿੱਚ ਮੈਂ ਬਹੁਤ ਪਾਵਰਫੁਲ ਹੈਗਾ। ਹਾਂ ਤੇ ਫਿਰ ਬੋਲੋ ਨਾ ਸਰ, ਅਤੁਲ ਨੰਦਾ ਤੇ ਮਿਸਟਰ ਦਿਓਲ ਦੇ ਵਿੱਚੋਂ ਕੰਪੀਟੈਂਟ ਕੌਣ ਹੈ ਸਰ, ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦਾ ਹੈ? Why should I say ਕਿ ਕਹਿੰਦਾ ਕੌਣ ਕੰਪੀਟੈਂਟ ਹੈ? ਸਰ why not ਤਾਨੀ ਸਾਹਿਬ? ਮੈਂ ਕਹਿੰਦਾ ਮੈਂ ਕਈ ਕੇਸਾਂ ਦੇ ਵਿੱਚ ਮੈਂ ਡਾਊਨ ਚਲੋ ਠੀਕ ਹੈ ਤਾਨੀ ਸਾਹਿਬ, ਤੁਹਾਡਾ ਸਟੈਂਡ ਮੈਨੂੰ ਕਲੀਅਰ ਹੋ ਗਿਆ ਸਰ, ਥੈਂਕ ਯੂ ਸਰ। ਹਾਂ ਮਿਸਟਰ ਚਾਂਦੀ, ਲਾਸਟ ਆਰਗੂਮੈਂਟ ਤੁਹਾਡਾ ਸਰ। ਕੇਪੀ ਜੀ ਗੱਲ ਇਸ ਤਰ੍ਹਾਂ ਹੈ, ਸਭ ਤੋਂ ਪਹਿਲਾਂ ਤਾਂ ਮੈਂ ਕਿੰਗਰਾ ਸਾਹਿਬ ਦਾ ਜਵਾਬ ਦੇ ਦੇਣਾ ਵੀ ਇਹਨਾਂ ਨੇ ਇੱਕ ਜਨੇਊ ਵਾਲੀ ਗੱਲ ਕੀਤੀ ਸੀ। ਸਰ ਆਪਾਂ ਮੁੱਦੇ ਨੂੰ ਭੜਕਾਈਏ ਨਾ ਚਾਂਦੀ ਸਾਹਿਬ ਪਲੀਜ਼ ਸਰ। ਚਾਂਦੀ ਸਾਹਿਬ ਇਹ ਧਾਰਮਿਕ ਡਿਬੇਟ ਨਹੀਂ ਹੈਗੀ ਸਰ, ਪਲੀਜ਼ ਸਰ। ਚਾਂਦੀ ਸਾਹਿਬ ਆਪ ਤਰੀਕੇ ਨਾਲ ਡਿਬੇਟ ਨਾ ਚਲਾਓ ਪਲੀਜ਼ ਸਰ। ਚਾਂਦੀ ਸਾਹਿਬ ਮੈਂ ਤੁਹਾਨੂੰ ਸਵਾਲ ਕਰ ਰਿਹਾ, ਚਾਂਦੀ ਸਾਹਿਬ ਉਹਦਾ ਜਵਾਬ ਦੇ ਦਿਓ। ਤੁਸੀਂ ਮੁੱਦਿਆਂ ਦੀ ਗੱਲ ਕਰ ਰਹੇ ਆ ਜਾਂ ਮੁੱਖ ਮੰਤਰੀ ਦੇ ਅਹੁਦੇ ਦੀ ਗੱਲ ਕਰ ਰਹੇ ਸਿੱਧੂ ਸਾਹਿਬ? ਲਾਸਟ ਸਵਾਲ ਸਰ ਚਾਂਦੀ ਸਾਹਿਬ। ਦੇਖੋ ਸਿੱਧੂ ਸਾਹਿਬ ਇੱਕ ਬੇੜੀ ਦੇ ਵਿੱਚ ਸਵਾਰ ਹੋ ਕੇ ਦੋਏ ਕਿਨਾਰਿਆਂ ਦੀ ਗੱਲ ਕਰ ਰਹੇ ਨੇ। ਅੱਛਾ, ਅਸਲ ਗੱਲ ਜਿਹੜਾ ਮੁੱਦਾ ਹੈ ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਕਰ ਰਹੇ ਨੇ ਔਰ ਆਪਣੀ ਕੁਰਸੀ ਦੀ ਝਾਕ ਵੱਲ ਵੀ ਨੇ ਉਹ ਕਿ ਚੀਫ ਮਿਨਿਸਟਰ ਦੀ ਕੁਰਸੀ ਵੀ ਮੇਰੇ ਕੋਲ ਆਵੇ, ਮੈਂ ਪੰਜਾਬ ਦੇ ਹਿੱਤਾਂ ਨਾਲ ਵੀ ਖੇਡਾਂ। ਚਲੋ ਇੱਕ ਆਖਰੀ ਸਵਾਲ ਕਰ ਰਿਹਾ ਚਾਂਦੀ ਸਾਹਿਬ, ਆਮ ਆਦਮੀ ਪਾਰਟੀ ਅੱਜ ਵੀ ਮਿਸਟਰ ਸਿੱਧੂ ਨੂੰ ਬਤੌਰ ਸੀਐਮ ਫੇਸ ਵੈਲਕਮ ਕਰਦੀ ਹੈ ਨਹੀਂ? ਦੇਖੋ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ। ਇੱਥੇ ਪਾਰਟੀ ਹਾਈ ਕਮਾਂਡ ਆ ਗਈ ਸਰ, ਇੱਥੇ ਪਾਰਟੀ ਹਾਈ ਕਮਾਂਡ ਆ ਗਈ, ਇੱਥੇ ਪਾਰਟੀ ਹਾਈ ਕਮਾਂਡ ਆ ਗਈ। ਤੁਸੀਂ ਆਪਦਾ ਸਟੈਂਡ ਹੀ ਨਹੀਂ ਕਲੀਅਰ ਕਰ ਪਾ ਰਹੇ ਕਿ ਮਿਸਟਰ ਸਿੱਧੂ ਸਹੀ ਕਹਿ ਰਹੇ ਆ ਜਾਂ ਮਿਸਟਰ ਚੰਨੀ ਸਹੀ ਕਰਦੇ ਪਏ ਆ। ਜੇ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਚਾਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ। ਅਸੀਂ ਬਸ ਠੀਕ ਹੈ, ਫਿਰ ਸਿੱਧੂ ਸਾਹਿਬ ਸਹੀ ਹੈ, ਵੈਸੇ ਗਲਤ ਹੈ ਸਰ ਤੁਹਾਡੇ ਵੱਲ ਆ ਕੇ ਸਹੀ ਹੈ। ਨਹੀਂ ਸਹੀ ਨਹੀਂ, ਮੈਂ ਉਹਨਾਂ ਨੂੰ ਗਲਤ ਕਦੋਂ ਕਿਹਾ? ਮੇਰੀ ਗੱਲ ਸੁਣੋ, ਐਜ਼ ਅ ਸਪੋਕਸਪਰਸਨ ਮੈਂ ਉਹਨਾਂ ਨੂੰ ਗਲਤ ਕਦੋਂ ਕਿਹਾ? ਹਾਂ ਤੇ ਸਹੀ ਕੌਣ ਹੈ ਸਰ? ਤੁਸੀਂ ਕਹਿ ਰਹੇ ਹੋ ਚੀਫ ਮਿਨਿਸਟਰ ਦੀ ਕੁਰਸੀ ਤੇ ਹਰ ਕੋਈ ਝਾਕ ਰੱਖਦਾ। ਤੁਸੀਂ ਕਹਿ ਰਹੇ ਹੋ ਮਿਸਟਰ ਚਾਂਦੀ ਤੁਸੀਂ ਕਹਿ ਰਹੇ ਹੋ ਦੋ ਕਿਨਾਰਿਆਂ ਤੇ ਤੁਰਨਾ ਚਾਹੁੰਦੇ ਆ ਸਿੱਧੂ ਸਾਹਿਬ, ਮੁੱਦੇ ਵੀ ਚੁੱਕਣਾ ਚਾਹੁੰਦੇ, ਮੁੱਖ ਮੰਤਰੀ ਦੀ ਕੁਰਸੀ ਵੀ ਉਹਨਾਂ ਦੀ ਰੇਸ ਵਿੱਚ ਹੈ। ਕਿੱਧਰ ਖੜਨਾ ਚਾਹੁੰਦੇ ਹੋ ਸਰ? ਇਹਦੇ 'ਚ ਮੈਂ ਗਲਤ ਕੀ ਕਹਿੰਦਾ ਜੀ? ਮੈਂ ਉਹਨਾਂ ਨੂੰ ਗਲਤ ਕੀ ਕਿਹਾ ਜੀ ਇਹਦੇ 'ਚ? ਚਲੋ ਤੁਹਾਨੂੰ ਮੈਂ ਗਲਤ ਨਹੀਂ ਕਿਹਾ ਉਹਨਾਂ ਨੂੰ ਵੀ। ਤੁਹਾਡੇ ਕੌਮੀ ਕਨਵੀਨਰ ਸਰ ਕਹਿੰਦੇ ਆ ਜਿਨ੍ਹਾਂ ਨੂੰ ਅਹੁਦਿਆਂ ਦੀ ਲਾਲਸਾ ਹੈਗੀ ਹੈ ਮੇਰੀ ਪਾਰਟੀ 'ਚ ਨਾ ਰਹੋ, ਤੁਸੀਂ ਜਸਟੀਫਾਈ ਕਰ ਰਹੇ ਹੋ ਚਾਂਦੀ ਸਾਹਿਬ।
ਅਸੀਂ ਨਵਜੋਤ ਸਿੰਘ ਸਿੱਧੂ ਨੂੰ ਐਜ਼ ਏ ਵਲੰਟੀਅਰ ਭੇਜੇ ਉਹ ਆਉਂਦੇ ਨੇ ਪਾਰਟੀ ਦੇ ਵੈਲਕਮ मैं सर बतौर सीएम फेस सवाल किया सर, बड़ा स्पेसिफिक सवाल होता सर मेरा, मैं भूलता नहीं सर सवाल चांदी सीएम फेस हाले साडी हाई कमान ने फैसला करना बहुत धन्यवाद सर, बहुत धन्यवाद बहुत धन्यवाद सर। हाईकमान ने ही चन्नी ਨੂੰ सीएम ਲਾਇਆ, ਸਿੱਧੂ ਸਾਹਿਬ ਨੇ ਸਵਾਲ ਇਹ ਚੁੱਕਿਆ। ਬਹੁਤ ਧੰਨਵਾਦ ਕਿੰਗਰਾ ਸਾਹਿਬ, ਮੇਰੇ ਕੋਲ ਵਕਤ ਨਹੀਂ ਹੈਗਾ, ਮਾਫ ਕਰਨਾ। ਬਹੁਤ ਧੰਨਵਾਦ ਮਿਸਟਰ ਚਾਂਦੀ, ਤੁਹਾਡਾ ਬਹੁਤ ਧੰਨਵਾਦ। ਧਾਰੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੇ ਸਰੀਨ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸਾਰੀਆਂ ਪਾਰਟੀਆਂ ਦਾ ਸਟੈਂਡ ਤੁਹਾਡੇ ਸਾਹਮਣੇ ਆ, ਕੋਈ ਐਨਲਿਸਟ ਨਹੀਂ ਸੀਗਾ ਇਹਦੇ ਵਿੱਚ, ਐਨਲਿਸਟ ਤੁਸੀਂ ਹੋ। ਅੱਜ ਤੁਸੀਂ ਫੈਸਲਾ ਕਰਨਾ ਹੈ ਸਿੱਧੂ ਦੇ ਨਿਸ਼ਾਨੇ ਤੇ ਸੀਐਮ ਕਿਉਂ ਰਹਿੰਦੇ ਆ, ਸੀਐਮ ਦੀ ਕੁਰਸੀ ਆ, ਪੰਜਾਬ ਦੇ ਮੁੱਦੇ ਆ, ਪਰ ਬੀਜੇਪੀ ਦੇ ਸਪੋਕਸਪਰਸਨ ਕਹਿੰਦੇ ਆ ਮੈਂ ਦਾ ਮੁੱਦਾ ਵੀ ਹੈਗਾ। ਇਹ ਸਾਰਾ ਵਿਚਾਰ ਸਿੱਧੂ ਸਾਹਿਬ ਨੇ ਵੀ ਕਰਨਾ, ਤੁਸੀਂ ਵੀ ਕਰਨਾ। ਪੰਜਾਬ ਦੇ ਮੁੱਦਿਆਂ ਦੀ ਗੱਲ ਕੌਣ ਕਰਦਾ, ਮਿਸਟਰ ਚੰਨੀ ਕਰ ਰਹੇ ਆ ਜਾਂ ਮਿਸਟਰ ਸਿੱਧੂ ਕਰ ਰਹੇ ਆ, ਪੰਜਾਬ ਦੇ ਹਿੱਤ ਇਹਨਾਂ ਅੱਗੇ ਸੁਰੱਖਿਅਤ ਹੈਗੇ ਆ ਜਾਂ ਸਾਰੇ ਸਿਆਸਤ ਸਿਸਟਮ ਕਰ ਰਹੇ ਆ, ਇਹ ਫੈਸਲਾ ਤੁਸੀਂ ਕਰਨਾ, ਕਿਉਂਕਿ ਤੁਸੀਂ ਅੱਜ ਦੀ ਡਿਬੇਟ ਦੇ ਐਨਲਿਸਟ ਹੋ ਤੇ ਤੁਸੀਂ ਹੀ ਪੜਚੋਲ ਕਰਨੀ ਆ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਕਿੱਥੇ ਖੜੀਆਂ, ਮਿਸਟਰ ਸਿੱਧੂ ਕਿੱਥੇ ਖੜੇ ਆ ਤੇ ਮਿਸਟਰ ਚੰਨੀ ਕਿੱਥੇ ਖੜੇ ਆ। ਬਹੁਤ ਧੰਨਵਾਦ।